ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਾ ਬੰਦਨਾ
ਸਿਰ ਚਰਨਨ ਪਰ ਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਬਿਤ ਆਏ ਦੇਸ਼ ਦੇਸ਼ ਤੇ ਵਿਸ਼ੇਸ਼ ਲੈ ਉਪਾਇਨ ਕੋ। ਬੂਝ ਬੂਝ ਜਾਤ ਹੈ ਵਡਾਲੀ ਗੁਰ ਪਾਸ ਕੇ। ਅਨੇਕ ਪਦਾਰਥ ਸਕਾਰ ਥੇ ਕਰਤ ਨਾਰ। ਹਰ ਪੈ ਚਰਨ ਤੀਰ ਬੋਲੇ ਅਰਦਾਸ ਕੋ। ਆਏ ਦੇਸ਼ ਦੇਸ਼ ਤੇ ਵਿਸ਼ੇਸ਼ ਲੈ ਉਪਾਇਨ ਕੋ। ਬੂਝ ਬੂਝ ਜਾਤ ਹੈ ਵਡਾਲੀ ਗੁਰ ਪਾਸ ਕੋ। ਅਨੇਕ ਪਦਾਰਥ ਸਕਾਰ ਥੇ ਕਰਤ ਨਾਰ। ਹਰ ਪੈ ਚਰਨ ਤੀਰ ਬੋਲੇ ਅਰਦਾਸ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਔਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਦੇ ਸਦਕਾ ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਨਿਹਚਲ ਚੌਰ ਛਤਰ ਤਖਤ ਕੇ ਮਾਲਕ ਦੀਨਾ ਬੰਧੂ ਭਗਤ ਵਛਲ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਵਡਭਾਗੀ ਹਰ ਸੰਗਤ ਪਾਵ ਹੈ, ਭਾਗਹੀਨ ਬ੍ਰਹਮ ਝੂਟਾਂ ਖਾਵ ਹੈ। ਜਿਨਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਸੰਧਿਆ ਸਮੇਂ ਦੇ ਦੀਵਾਨ ਦੀ ਹਾਜ਼ਰੀ ਭਰਨ ਦਾ ਸੁਭਾਗ ਨਿਤਾ ਪ੍ਰਤੀ ਪ੍ਰਾਪਤ ਹੋ ਰਿਹਾ ਹੈ। ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਆਪ ਜੀ ਨਿਤਾ ਪ੍ਰਤੀ ਲੜੀਵਾਰ ਰੂਪ ਅੰਦਰ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਸ਼੍ਰਵਣ ਕਰ ਰਹੇ ਹੋ। ਗੁਰਮਹਿਮਾ ਦਾ ਜਥਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਆਪਾਂ ਸੁਣਿਆ ਵਿਚਾਰਿਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਹਨ। ਇਸ ਗੱਲ ਦਾ ਪ੍ਰਗਟਾਵਾ ਇਤਿਹਾਸ ਕਰ ਰਿਹਾ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਵਿੱਚ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਬੇਅੰਤ ਭੇਟਾਵਾਂ ਹਜ਼ੂਰ ਦੇ ਅੱਗੇ ਰੱਖਦੀਆਂ ਹਨ। ਸਾਰਾ ਸੰਸਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਵਡਿਆਈ ਨਾਲ ਭਰਿਆ ਹੋਇਆ, ਪਰ ਇਹ ਜਿਹੜਾ ਪ੍ਰਿਥੀ ਚੰਦ ਹੈ ਤੋ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੇ ਸਾਹਿਬਜ਼ਾਦੇ ਤੇ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਨੂੰ ਜਿੱਥੇ ਸਾਰਾ ਸੰਸਾਰ ਪਰਮੇਸ਼ਰ ਮੰਨਦਾ ਹੈ, ਪ੍ਰਿਥੀ ਚੰਦ ਕੇਵਲ ਤੇ ਕੇਵਲ ਆਪਣੇ ਛੋਟੇ ਭਰਾਤਾ ਦੀ ਨਿਗਾਹ ਨਾਲ ਮਹਾਰਾਜ ਨੂੰ ਵੇਖਦੇ ਹੈ ਤੇ ਇੱਕ ਆਮ ਸਧਾਰਨ ਜਿਵੇਂ ਕੋਈ ਕਾਰੋਬਾਰੀ ਹੁੰਦਾ ਇਸ ਤਰ੍ਹਾਂ ਜਾਣਦੇ ਹਨ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਵਿਰੁੱਧ ਦੇ ਹਿਰਦੇ ਵਿੱਚ ਈਰਖਾ ਹੈ। ਉਸੇ ਈਰਖਾ ਦਾ ਨਤੀਜਾ ਇਹਨੇ ਦਿੱਲੀ ਦਰਬਾਰ ਦੇ ਜਰਨੈਲ ਸੁਲਹੀ ਨੂੰ ਚਿੱਠੀਆਂ ਲਿਖੀਆਂ। ਚਿੱਠੀਆਂ ਲਿਖ ਲਿਖ ਕੇ ਭੇਜਦਾ ਹੈ ਕਿ ਮੇਰੀ ਮਦਦ ਕਰੇ। ਛੋਟੇ ਭਰਾ ਤਾਂ ਮੇਰੇ ਅਰਜਨ ਦੇਵ ਜਿਹੜੇ ਗੁਰਿਆਈ ਤਖਤ 'ਤੇ ਸੁਭਾਏਮਾਨ ਹਨ ਔਰ ਬੇਅੰਤ ਸੰਗਤਾਂ ਦੇ ਪਾਸ ਇਹਨਾਂ ਦੇ ਪਾਸ ਆਉਂਦੀਆਂ
ਤੇ ਬਹੁਤ ਮਾਇਆ ਜਿਹੜੀ ਇਕੱਤਰ ਕਰਦੇ ਹੈ। ਇਹ ਪ੍ਰਿਥੀ ਚੰਦ ਦੀ ਸੋਚਣੀ ਹੈ ਤੇ ਸੁਲਹੀ ਇਹਦਾ ਮਿੱਤਰ ਹੈ। ਕਿਸੇ ਸਮੇਂ ਸੁਲਹੀ ਨੂੰ ਜਾਂ ਸੁਲਹੀ ਨੇ ਇਹਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੁਹਾਡੀ ਮਦਦ ਕਰਨ ਵਾਸਤੇ ਜ਼ਰੂਰ ਪਹੁੰਚਾਂਗਾ। ਤੋ ਪ੍ਰਿਥੀ ਚੰਦ ਦੀ ਚਿੱਠੀਆਂ ਪੜ੍ਹ ਕੇ ਇਹ ਸੁਲਹੀ ਪਹੁੰਚਾ। ਪ੍ਰਿਥੀ ਚੰਦ ਨੂੰ ਪਤਾ ਲੱਗਿਆ ਵੀ ਸੁਲਹੀ ਆ ਰਹੇ ਹੈ। ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਨੂੰ ਵੀ ਪਤਾ ਇਸ ਗੱਲ ਦਾ ਚੰਗੀ ਤਰ੍ਹਾਂ ਲੱਗਾ ਹੈ, ਕਿਉਂਕਿ ਅੰਤਰਜਾਮੀ ਹਨ। ਤੇ ਹਜ਼ੂਰ ਨੇ ਇਸੇ ਤਰ੍ਹਾਂ ਫਿਰ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਵਾਰ ਹੋਇਆ ਸੀ ਉਹ ਵੀ ਧਿਆਨ ਵਿੱਚ ਰੱਖਿਆ ਕਿ ਗੁਰੂ ਕਿਆਂ ਨੂੰ ਕਿੱਧਰ ਭਾਜੜ ਪਈ ਹੈ। ਆਪਦੇ ਗੁਰਸਿੱਖ ਨੂੰ ਵਡਿਆਈ ਮਹਾਰਾਜ ਬਖਸ਼ ਰਹੇ ਹੈ। ਸਾਨੂੰ ਜਣਾਇਆ ਮਹਾਰਾਜ ਨੇ ਵੀ ਇਹਨਾਂ ਦੇ ਬਚਨ ਅਟਲ ਹੈ, ਸਾਧ ਬਚਨ ਅਟਲਾ ਦਾ। ਜੇ ਬਾਣੀ ਵਿੱਚ ਮਹਾਰਾਜ ਨੇ ਲਿਖਿਆ ਹੈ, ਉਚਾਰਿਆ ਹੈ, ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ, ਤੇ ਉਹ ਮਹਾਰਾਜ ਪੂਰਾ ਵੀ ਆਪ ਹੀ ਕਰਵਾ ਰਹੇ ਹੈ। ਯਾਨੀ ਸਾਨੂੰ ਜਣਾ ਰਹੇ ਮਹਾਰਾਜ ਵੀ ਇਹਨਾਂ ਦਾ ਬਚਨ ਅਟਲ ਹੈ। ਅਸੀਂ ਵੀ ਪੂਰੇ ਸਾਧੂ ਦੇ ਬਚਨ ਵਿੱਚ ਹਾਂ, ਪੂਰਨ ਗੁਰਸਿੱਖਾਂ ਤੋਂ ਬਾਹਰ ਨਹੀਂ। ਇਹ ਵਿਚਾਰ ਕਰਕੇ ਤੇ ਮਹਾਰਾਜ ਨੇ ਸ਼ਾਂਤੀ ਦੇ ਪੁੰਜ ਹੋਣ ਦਾ ਜਿਹੜਾ ਉਹ ਇਤਿਹਾਸ ਵਿੱਚ ਉਹ ਪ੍ਰਕਾਸ਼ ਕਰ ਦਿੱਤਾ ਹੈ, ਪ੍ਰਤੱਖ ਹੀ। ਤੇ ਗਰੀਬ ਨਵਾਜ ਸੰਗਤਾਂ ਸਮੇਤ ਅੰਮ੍ਰਿਤਸਰ ਸਾਹਿਬ ਛੱਡਣ ਦਾ ਤਿਆਰਾ ਕੀਤਾ। ਪ੍ਰੇਮ ਵਾਲੇ ਸਿੱਖ ਮਹਾਰਾਜ ਦੇ ਨਾਲ ਤੁਰ ਚੱਲੇ ਹੈ। ਔਰ ਇਹਦੇ ਵਿੱਚ ਇਹ ਵਿਚਾਰ ਹੈ ਵੀ ਇੱਥੇ ਰਵਾਂਗੇ, ਫੌਜ ਚੜ੍ਹ ਕੇ ਆਵੇਗੀ, ਕੋਈ ਸਿੱਖਾਂ ਦਾ ਨੁਕਸਾਨ ਕਰਨਗੇ ਤੇ ਸ਼ਹਿਰ ਅਸੀਂ ਛੱਡਣਾ ਹੀ, ਅੱਜ ਛੱਡ ਦਈਏ ਕੱਲ੍ਹ ਛੱਡ ਜਾਈਏ। ਮਹਾਰਾਜ ਕਿਹੜਾ ਮੋਹ ਖੋਰੇ ਆ, ਬੇਮੋਹੇ ਆ ਸੱਚੇ ਪਾਤਸ਼ਾਹ, ਬੇਪਰਵਾਹ ਹਨ ਹਜ਼ੂਰ। ਨਾਲੇ ਮਹਾਰਾਜ ਇਹ ਵੀ ਜਾਣਦੇ ਵੀ ਚਲੋ ਪ੍ਰਿਥੀ ਚੰਦ ਵੀ ਕਿਹੜਾ ਬਗਾਨਾ, ਵੱਡਾ ਭਾਈ ਹੈ। ਇਹਦੇ ਮਨ ਵਿੱਚ ਜੇ ਭੁਲੇਖਾ ਹੈ ਵੀ ਆਹ ਸਾਰਾ ਕੁਝ ਮੈਂ ਲੈ ਲਵਾਂ, ਤੇ ਸੱਚੇ ਪਾਤਸ਼ਾਹ ਜੀ ਨੇ ਵਿਖਾਇਆ ਵੀ ਸਾਨੂੰ ਪ੍ਰਿਥੀ ਚੰਦ ਦਾ ਕੋਈ ਮੋਹ ਨਹੀਂ, ਲੈ ਸਾਂਭ ਲੈ। ਸਾਰਾ ਘਰ ਬਾਰ ਮਹਾਰਾਜ ਛੱਡ ਛਡਾ ਕੇ ਭਰਿਆ ਤੁਰ ਗਏ। ਅੰਮ੍ਰਿਤਸਰ ਸਾਹਿਬ ਦੇ ਖਾਲਸਾ ਜੀ ਨਾਲ ਲਾਗੇ ਵਡਾਲੀ ਨਗਰ ਵਿੱਚ ਹਜ਼ੂਰ ਨੇ ਜਾ ਚਰਨ ਪਾਏ। ਔਰ ਇਸੇ ਤਰ੍ਹਾਂ ਦੀਨਾ ਬੰਧੂ ਸੱਚੇ ਪਾਤਸ਼ਾਹ ਜੀਆਂ ਇੱਥੇ ਵੀ ਬੜੀ ਮਿਹਰਾਮਤ ਕੀਤੀ, ਬੜੇ ਬੜੇ ਪਰਉਪਕਾਰ ਕੀਤੇ। ਕੱਲ੍ਹ ਦੱਸਿਆ ਮਹਾਰਾਜ ਨੇ 6 ਖੂਹ ਲਵਾਏ ਸੀ, 21 ਲਵਾਉਣੇ ਸੀ, ਪਰ 6 ਖੂਹਾਂ ਵਿੱਚ ਹੀ ਕਿਸੇ ਕਾਰਨ ਕਰਕੇ ਹਜ਼ੂਰ ਨੇ 21 ਜਿਹੜੀਆਂ ਉਹ ਹਰਹਟਾਂ ਚਲਾ ਦਿੱਤੀਆਂ। ਛਿਹਾਟਾ ਸਾਹਿਬ ਦਾ ਪਵਿੱਤਰ ਖੂਹ ਖਾਲਸਾ ਜੀ ਅਜੇ ਵੀ ਮੌਜੂਦ ਹੈ, ਆਪਾਂ ਦਰਸ਼ਨ ਕਰਦੇ ਹਾਂ। ਇਹੋ ਜਿਹੇ ਦੀਨਾ ਬੰਧੂ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਹਨ। ਔਰ ਇਸੇ ਤਰ੍ਹਾਂ ਗੁਰੂ ਗਰੀਬ ਨਵਾਜ ਸਤਿਗੁਰਾਂ ਮਿਹਰਾਮਤ ਕੀਤੀ। ਇੱਥੋਂ ਦੀਆਂ ਸੰਗਤਾਂ ਨੂੰ ਬੜਾ ਉਤਸ਼ਾਹ ਬਖਸ਼ਿਆ, ਖੁਸ਼ੀ ਸ਼ਾਂਤੀ ਸੁੱਖ ਬਖਸ਼ਿਆ ਹੈ। ਤੇ ਪ੍ਰਿਥੀ ਚੰਦ ਨੇ ਜਾਣਿਆ ਵੀ ਹੁਣ ਮਹਾਰਾਜ ਤੇ ਇੱਥੇ ਹੈ ਨਹੀਂ, ਤੇ ਜੇਕਰ ਮੈਂ ਇਹਨੂੰ ਸੁਲਹੀ ਨੂੰ ਅੱਗੋਂ ਇੱਥੇ ਸ਼ਹਿਰ ਵਿੱਚ ਆਏ ਨੂੰ ਮਿਲਿਆ ਤੇ ਬਹੁਤ ਖੇਹ ਪਵੇਗੀ ਸਿਰ ਵਿੱਚ ਵੀ। ਮਹਾਰਾਜ ਆਪਦੇ ਹੀ ਘਰ ਤੇ ਫੌਜ ਚੜ੍ਹਾ ਕੇ ਲੈ ਕੇ ਆਇਆ, ਚੁਸਤ ਸੀਗਾ, ਅੱਗੋਂ ਜਾ ਮਿਲਿਆ, ਬਹੁਤ ਉਪਹਾਰ ਦਿੱਤੇ, ਪੁਸ਼ਾਕੇ ਦਿੱਤੇ, ਧਨ ਵੀ ਦਿੱਤਾ ਖੁੱਲ੍ਹਾ। ਤੇ ਇਸ ਤਰ੍ਹਾਂ ਆਖਿਆ ਵੀ ਹੁਣ ਤੁਸੀਂ ਮੁੜ ਜਾਓ, ਗਾਂ ਜੇ ਅਰਜੁਨ ਦੇ ਫੇਰ ਇੱਥੇ ਆ ਕੇ ਵਸਣਗੇ ਤਾਂ, ਤੇ ਜਦੋਂ ਵਸਣਗੇ ਇੱਥੇ ਆ ਕੇ ਤੇ ਤੁਹਾਨੂੰ ਫੇਰ ਯਾਦ ਕਰਾਂਗੇ, ਇੱਥੇ ਪਹੁੰਚ ਜਾਣਾ। ਤੇ ਸੁਲਹੀ ਆਪਦੇ ਵਤਨ ਦਿੱਲੀ ਨੂੰ ਵਾਪਸ ਮੁੜਿਆ। ਇਹ ਕਥਾ ਆਪਾਂ ਕੱਲ੍ਹ ਸੁਣੀ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਨਾ ਬੰਧੂ ਮੀਰੀ ਪੀਰੀ ਪਾਤਸ਼ਾਹ ਸਤਿਗੁਰਾਂ ਦਾ ਪਾਵਨ ਪਵਿੱਤਰ ਅਵਤਾਰ ਜਿਵੇਂ ਹੋਇਆ, ਮਹਾਰਾਜ ਦਾ ਅਵਤਾਰ ਧਾਰਨ ਦਾ ਪ੍ਰਸੰਗ ਆਵੇਗਾ। ਚਿੱਤ ਬਿਰਤੀ ਇਕਾਗਰ ਕਰਕੇ ਸੁਣੋ ਜੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਸਾਈਏ ਜੀ। ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਬਿੱਤ ਆਏ ਦੇਸ਼ ਦੇਸ਼ ਤੇ ਵਿਸ਼ੇਸ਼ ਲੈ ਉਪਾਇਨ ਕੋ। ਅੱਗੇ ਕਵੀ ਜੀ ਸਤਿਗੁਰਾਂ ਦੇ ਅਵਤਾਰ ਦਾ ਪ੍ਰਸੰਗ ਆਰੰਭ ਕਰਦੇ ਆ। ਦੇਸ਼ਾਂ ਵਿਦੇਸ਼ਾਂ ਤੋਂ
ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਸੰਗਤਾਂ ਆ ਰਹੀਆਂ ਹਨ। ਬੂਝ ਬੂਝ ਜਾਤ ਹੈ ਵਡਾਲੀ ਗੁਰ ਪਾਸ ਕੋ। ਤੇ ਜਦੋਂ ਇੱਥੇ ਅੰਮ੍ਰਿਤਸਰ ਸਾਹਿਬ ਸੰਗਤਾਂ ਆਉਂਦੀਆਂ ਪੁੱਛਦੇ ਆ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੱਥੇ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਅਸੀਂ ਕਾਬਲ ਤੋਂ ਆਏ ਹਾਂ, ਅਸੀਂ ਮੁਲਤਾਨ ਤੋਂ ਆਏ ਹਾਂ, ਅਸੀਂ ਕੰਧਾਰ ਤੋਂ ਆਏ ਹਾਂ। ਜਦੇ ਪੁੱਛਦੇ ਆ ਤੇ ਅੱਗੋਂ ਕੁਝ ਸਿੱਖ ਦੱਸ ਦਿੰਦੇ ਆ ਵੀ ਪਿਰਥੀ ਚੰਦ ਦੇ ਝਗੜੇ ਕਰਕੇ ਸੱਚੇ ਸਾਹਿਬਾਨ ਮਹਾਰਾਜ ਵਡਾਲੀ ਚਲੇ ਗਏ। ਤੇ ਇੱਥੋਂ ਸੰਗਤਾਂ ਫਿਰ ਵਡਾਲੀ ਵੱਲ ਨੂੰ ਕੂਚ ਕਰ ਦਿੰਦੀਆਂ, ਤੁਰ ਜਾਂਦੀਆਂ ਹਨ। ਅਨੇਕ ਪਦਾਰਥ ਸਕਾਰਥੇ ਕਰਤ ਨਰ। ਕਿਉਂਕਿ ਬੜੀ ਮਾਇਆ ਖੁੱਲੀ ਡੁੱਲੀ, ਹੋਰ ਬੜੇ ਬੇਅੰਤ ਪਦਾਰਥ ਸੰਗਤਾਂ ਲੈ ਲੈ ਕੇ ਆਉਂਦੀਆਂ। ਤੇ ਸਾਰਿਆਂ ਪਦਾਰਥਾਂ ਨੂੰ ਸਫਲਿਆਂ ਕਰਨ ਵਾਸਤੇ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਦਸਵੰਧ ਦੀ ਮਾਇਆ ਰੱਖਾਂਗੇ, ਫੇਰ ਹੀ ਸਾਡੇ ਕਾਰੋਬਾਰ ਸਫਲੇ ਹੈ। ਇਹ ਮਨ ਵਿੱਚ ਵਿਚਾਰ ਰੱਖ ਕੇ ਸੰਗਤਾਂ ਅੰਮ੍ਰਿਤਸਰ ਸਾਹਿਬ ਮਹਾਰਾਜ ਨਹੀਂ ਨਜ਼ਰ ਪਏ ਤੇ ਵਡਾਲੀ ਨੂੰ ਹੋ ਤੁਰਦੇ ਆ। ਅਰ ਪੈ ਚਰਨ ਤੀਰ ਬੋਲੇ ਅਰਦਾਸ ਕੋ। ਆਉਂਦੇ ਆ ਵਡਾਲੀ ਵਿੱਚ ਬੇਅੰਤ ਸਿੱਖ ਸੰਗਤਾਂ ਦੇ ਜਥੇ ਬੱਜ ਬੱਜ ਕੇ ਹਜ਼ੂਰ ਦੇ ਚਰਨੀ ਮੱਥੇ ਟੇਕਦੇ ਆ। ਬੇਅੰਤ ਬੇਸ਼ਕੀਮਤੀ ਭੇਟਾਵਾਂ ਮਹਾਰਾਜ ਨੂੰ ਭੇਂਟ ਕਰਦੇ ਆ ਤੇ ਆਪਦੀ ਇੱਛਾ ਮਹਾਰਾਜ ਦੇ ਅੱਗੇ ਅਰਦਾਸ ਰੂਪ ਅੰਦਰ ਜ਼ਾਹਰ ਕਰ ਦਿੰਦੇ ਹਨ। ਭੀਰ ਭਈ ਰਹਿ ਇੱਕ ਆਵਤ ਹੈ ਜਾਤ ਕੀ। ਤੇ ਵਡਾਲੀ ਵੀ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਹੀ ਬਣਾ ਦਿੱਤਾ। ਕਲਾ ਹੈ ਨਾ ਸੱਚੇ ਪਾਤਸ਼ਾਹ ਮਹਾਰਾਜ, ਜਿੱਥੇ ਸਤਿਗੁਰੂ ਉੱਥੇ ਹੀ ਸੰਗਤ ਹੈ। ਤੇ ਗਰੀਬ ਨਵਾਜ ਦੇ ਸੰਗਤ ਕਰਨ ਵਡਾਲੀ ਨਗਰ ਵਿੱਚ ਸੰਗਤਾਂ ਪਹੁੰਚਣ ਲੱਗੀਆਂ ਤੇ ਬਹੁਤ ਭਾਰੀ ਇਕੱਠ ਹੋਣ ਲੱਗਾ। ਇੱਕ ਆਉਂਦਾ ਜਥਾ ਸੰਗਤ ਦਾ, ਇੱਕ ਚਲਾ ਜਾਂਦਾ, ਇੱਕ ਆਉਂਦਾ, ਇੱਕ ਚਲਾ ਜਾਂਦਾ। ਖੁੱਲੀਆਂ ਰੌਣਕਾਂ ਵਡਾਲੀ ਵਿੱਚ ਲਾ ਦਿੱਤੀਆਂ ਹਨ। ਸੇਵਾ ਕੋ ਕਮਾਵੇ ਕੀ ਹੀਰ ਸੁਖ ਰਾਸ ਕੋ। ਕਈ ਸੰਗਤਾਂ ਮਹਾਰਾਜ ਦੇ ਚਰਨੀ ਰਹਿ ਕੇ ਸੇਵਾ ਕਰਦੀਆਂ ਤੇ ਸੇਵਾ ਕਰਕੇ ਹੀ ਜਾਣਦੀਆਂ ਵੀ ਇੱਥੇ ਹੀ ਸਾਡੀ ਸੁੱਖਾਂ ਦੀ ਪੂੰਜੀ ਛੁਪੀ ਹੋਈ, ਸੁੱਖਾਂ ਰੂਪ ਧਨ ਸਾਨੂੰ ਸਤਿਗੁਰਾਂ ਦੀ ਸੇਵਾ ਚੋਂ ਮਿਲਣ ਵਾਲਾ ਹੈ। ਕਰਤੇ ਕਰਾਹ ਬਾਹ ਬਰਤੇ ਉਮਾਹ ਹੋਤ। ਤੇ ਕਈ ਇਸ ਤਰ੍ਹਾਂ ਕਰਦੇ ਐ ਤੇ ਬਹੁਤ ਭਾਰੀ ਮਾਤਰਾ ਵਿੱਚ ਕੜਾਹ ਪ੍ਰਸ਼ਾਦੀ ਦੇਗ ਸਜਦੀ। ਹੁਣ ਰੋਜ਼ ਇੱਥੇ ਕੜਾਹ ਪ੍ਰਸ਼ਾਦੀ ਦੇਗ ਸਜਦੀ ਹੈ, ਖੁੱਲੀ ਮਾਤਰਾ ਵਿੱਚ ਸਿੱਖ ਵਰਤਾਉਂਦੇ ਐ। ਚਾਰੇ ਪਾਸੇ ਬੜਾ ਉਤਸ਼ਾਹ ਹੋ ਰਿਹਾ, ਖੁਸ਼ੀਆਂ ਖੇੜੇ ਆਨੰਦ ਬੱਝੇ ਹਨ। ਹਰ ਤੇ ਉਪਾਦ ਗਾਨ ਧਰ ਤੇ ਪ੍ਰਕਾਸ਼ ਕੋ। ਤੇ ਸੱਚੇ ਪਾਤਸ਼ਾਹ ਜੀ ਸਾਰਿਆਂ ਸਿੱਖਾਂ ਦੇ ਆਦਿ ਵਿਆਦੀ ਉਪਾਧੀ ਜਾਂ ਹੋਰ ਰੋਗਾਂ ਨੂੰ, ਦੁੱਖਾਂ ਕਲੇਸ਼ਾਂ ਨੂੰ ਨਾਸ਼ ਕਰੀ ਜਾਂਦੇ ਐ ਦਰਸ਼ਨ ਦੇ ਦੇ ਕੇ। ਤੇ ਧਰ ਤੇ ਪ੍ਰਕਾਸ਼ ਕੋ, ਤੇ ਸਿੱਖਾਂ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਧਾਰ ਦਿੰਦੇ, ਅਗਿਆਨ ਨਾਸ਼ ਕਰ ਦਿੰਦੇ ਆ, ਜਿਹਦੇ ਕਰਕੇ ਉਪਾਧੀਆਂ ਪੈਂਦੀਆਂ। ਤੇ ਅਗਿਆਨ ਨਾਸ਼ ਕਰਕੇ ਸੱਚੇ ਪਾਤਸ਼ਾਹ ਗਿਆਨ ਦਾ ਪ੍ਰਕਾਸ਼ ਸਿੱਖਾਂ ਨੂੰ ਗੁਰਬਾਣੀ ਦੁਆਰਾ, ਉਪਦੇਸ਼ ਦੁਆਰਾ, ਦਰਸ਼ਨਾਂ ਦੁਆਰਾ ਬਖਸ਼ ਰਹੇ ਹਨ। ਖੁਰਾਸਾਨ ਕਾਬਲ ਪਸ਼ੌਰ ਕਸ਼ਮੀਰਪੁਰ। ਫਿਰ ਸੰਗਤਾਂ ਕਿੱਥੋਂ ਕਿੱਥੋਂ ਦੀਆਂ ਆਉਂਦੀਆਂ। ਪਿਸ਼ੌਰ ਤੋਂ ਸੰਗਤਾਂ ਆਉਂਦੀਆਂ, ਕਸ਼ਮੀਰ ਤੋਂ, ਪਿਸ਼ੌਰ, ਕਾਬਲ, ਕੰਧਾਰ, ਖੁਰਾਸਾਨ, ਮੁਲਤਾਨ, ਇਹੋ ਜਿਹੇ ਦੇਸਾਂ ਤੋਂ ਸੰਗਤਾਂ ਮਹਾਰਾਜ ਦੇ ਦਰਸ਼ਨ ਨੂੰ ਵਡਾਲੀ ਵਿੱਚ ਜੁੜ ਰਹੀਆਂ ਹਨ। ਧੰਨੀ ਕੇ ਪਲੰਮੇ ਦੇਸ਼ ਆਵੈ ਦਰਸ਼ਨ ਹਿਤ। ਮੁਲਤਾਨ ਦੇ ਇਲਾਕੇ ਜਿਹੜੇ ਆ, ਪੋਠੋਹਾਰ ਦੇ ਇਲਾਕੇ, ਧੰਨੀ, ਕੇਪ, ਜਿੰਨੇ ਇਲਾਕੇ ਆ ਉਹਨਾਂ ਸਮਿਆਂ ਦੇ ਜਿਹੜੇ ਮਸ਼ਹੂਰ ਇਲਾਕੇ, ਵੱਡੇ ਵੱਡੇ ਦੇਸ਼, ਵੱਡੇ ਵੱਡੇ ਸ਼ਹਿਰ, ਉਹਨਾਂ ਇਲਾਕਿਆਂ ਦੇਸਾਂ ਦੀਆਂ ਸੰਗਤਾਂ ਮਹਾਰਾਜ ਪਾਸ ਆਉਂਦੀਆਂ ਹਨ। ਬਲਖ ਬੁਖਾਰਾ ਮੁਲਤਾਨ ਤੇ ਮਹਾਨ ਨਰ। ਕੀ ਬਲਖ ਬੁਖਾਰਾ ਮੁਲਤਾਨ ਤੋਂ ਬੜੇ ਭਾਰੀ ਜਿਹੜੇ ਮਹਾਰਾਜ ਦੇ ਦਰ ਘਰ ਦੇ ਸਜੇ ਸਿੱਖ ਮਹਾਰਾਜ ਪਾਸ ਪਹੁੰਚ ਰਹੇ ਆ। ਸੰਗਤ ਪਹੁੰਚੇ ਆਏ ਪੇਟ ਅਰਪਣ ਹਿਤ। ਤੇ ਸੰਗਤਾਂ ਆਉਂਦੀਆਂ ਵਡਾਲੀ ਮਹਾਰਾਜ ਦੇ ਦਰਸ਼ਨ ਕਰਕੇ ਹਜ਼ੂਰ ਦੇ ਚਰਨਾਂ ਵਿੱਚ ਭੇਟਾ ਰੱਖਦੀਆਂ। ਖਾਲੀ ਹੱਥ ਦਰਸ਼ਨ ਨਹੀਂ ਕੋਈ ਕਰਦਾ ਹਜ਼ੂਰ ਦੇ, ਕੋਈ ਨਾ ਕੋਈ ਤਿਲ ਫੁੱਲ ਭੇਟਾ ਸੱਚੇ ਪਾਤਸ਼ਾਹ ਦੇ ਚਰਨੀ ਰੱਖ ਰੱਖ ਮੱਥਾ ਟੇਕਦੀਆਂ ਹਨ। ਔਰ ਦੂਰ ਦੂਰ ਤੇ ਹਦੂਰ ਪੂਰ ਕਾਮਨਾ ਕੋ। ਦੂਰੋਂ ਨੇੜਿਓਂ ਆਉਂਦੀਆਂ ਹੋਈਆਂ ਸੰਗਤਾਂ ਦੀਆਂ ਇੱਛਾਵਾਂ ਸੱਚੇ ਪਾਤਸ਼ਾਹ ਜੀ ਪੂਰੀਆਂ ਕਰ ਰਹੇ ਹੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਵੀ ਮੰਗਦਾ ਕੋਈ ਆ ਕੇ, ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇਹ, ਕੁਝ ਮੰਗੇ ਸਾਰਾ ਕੁਝ ਦੇਣ ਦੇ ਦਾਤੇ ਸੱਚੇ ਪਾਤਸ਼ਾਹ ਜੀ ਦੇ ਰਹੇ ਹਨ।
ਰੂਰ ਮੁਖ ਦੇਖਤੇ ਜ਼ਰੂਰ ਹਰ ਖਾਣ ਹਿਤ। ਤੇ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ ਸੁਖ ਹਿਤ, ਕਿਉਂਕਿ ਸੰਗਤਾਂ ਦੇ ਮਨ ਨੂੰ ਚੈਨ ਮਿਲਦਾ ਹਜ਼ੂਰ ਦੇ ਦਰਸ਼ਨ ਕਰਕੇ, ਸੁੰਦਰ ਚਿਹਰਾ ਵੇਖ ਕੇ। ਸਦਾ ਸੁਖ ਮਾਨ ਚਿਤ ਕੋ ਰਹਿ ਪਾਸ ਨਿਤ। ਤੇ ਕਈ ਸੁਖ ਮਾਣਦੇ ਹੋਏ ਵੀ ਸਾਡੀ ਇਸੇ 'ਚ ਹੀ ਖੁਸ਼ੀ ਆ ਵੀ ਅਸੀਂ ਮਹਾਰਾਜ ਦੇ ਪਾਸ ਹੀ ਰਹਿ ਪਈਏ। ਕਈ ਸਿਆਣੇ ਸਿੱਖ ਜਿਹੜੇ ਆ ਉਹ ਸੱਚੇ ਪਾਤਸ਼ਾਹ ਦੇ ਮਹਾਰਾਜ ਦੇ ਪਾਸ ਹੀ ਰਹਿ ਲੈਂਦੇ ਆ ਸਦਾ ਵਾਸਤੇ, ਵੀ ਇੱਥੇ ਮਹਾਰਾਜ ਦੇ ਘਰ ਹੀ ਰਹਿ ਲਈਏ। ਕਈ ਮਹੀਨੇ ਇੱਥੇ ਵਡਾਲੀ ਵਿੱਚ ਹੀ ਰਹਿ ਪਏ, ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ। ਸੇਵਤ ਸੁਜਾਨ ਥਿਤ ਲੈਣ ਹਿਰਦੈ ਗਿਆਨ ਹਿਤ। ਤੇ ਸੇਵਾ ਕਰਨ ਵਾਸਤੇ ਰਹੇ ਕਿਉਂ ਆ? ਖਾਣ ਪੀਣ ਵਾਸਤੇ ਕੇਵਲ ਨਹੀਂ, ਮਹਾਰਾਜ ਦੇ ਘਰ ਦੀ ਸੇਵਾ ਕਰਨ ਵਾਸਤੇ। ਤੇ ਸੇਵਾ ਕਰਕੇ ਮਹਾਰਾਜ ਦੀ ਸਿੱਖਿਆ ਸੁਣੀਏ, 2 ਸਮੇਂ ਸੰਗਤ ਕਰੀਏ, ਹਜੂਰ ਦੇ ਪਾਸੋਂ ਉਪਦੇਸ਼ ਸੁਣ ਕੇ ਗਿਆਨ ਲੈ ਲਈਏ। ਇਹਨਾਂ ਕਾਰਨਾਂ ਕਰਕੇ ਕੁਝ ਸਿੱਖ ਵਡਾਲੀ ਮਹਾਰਾਜ ਦੇ ਪਾਸ ਹੀ ਰਹਿ ਲੈਂਦੇ ਹਨ। ਦੁਸ਼ਮਣ ਦੇਖ ਦੇਖਦਾ ਹੋਤ ਦੁਖੀ ਬਾਹਾ। ਤੇ ਬਾਕੀ ਜਿਹੜਾ ਪ੍ਰਿਥੀ ਚੰਦ ਹੈ, ਇਸ ਤੋਂ ਇਲਾਵਾ ਕਵੀ ਜੀ ਕਹਿੰਦੇ ਹੋਰ ਜਿਹੜੇ ਦੁਸ਼ਮਣ ਹੈ ਨਾ ਮਹਾਰਾਜ ਦੇ, ਗੁਰੂ ਘਰ ਦੇ, ਜਾਂ ਜਿਹੜੇ ਕੋਈ ਨਿੰਦਕ ਹੈ, ਉਹ ਵੇਖ ਵੇਖ ਕੇ ਨਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਇੱਥੇ ਵਡਾਲੀ ਆ ਕੇ ਵੀ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਵਾਲੀ ਰੌਣਕ ਲਾ ਦਿੱਤੀ ਆ। ਕਿੰਨੀਆਂ ਸੰਗਤਾਂ ਆਉਂਦੀਆਂ ਤੇ ਜਿਹੜਾ ਹੈ ਲੰਗਰ ਚੱਲਦਾ ਹੈ, ਕੋਈ ਭੁੱਖੇ ਨੰਗੇ ਛਕਦੇ ਹੈ, ਆਨੰਦ ਮਾਣਦੇ ਹੈ, ਖੁੱਲੀ ਦੇਗ ਪੰਚਮ ਕੜਾਹ ਪ੍ਰਸ਼ਾਦ ਦੀ ਵਰਤਦੀ ਹੈ। ਇਸ ਤਰ੍ਹਾਂ ਵੇਖ ਵੇਖ ਕੇ ਜਿਹੜੇ ਨਿੰਦਕ ਹੈ ਗੁਰੂ ਘਰ ਦੇ, ਪ੍ਰਿਥੀ ਚੰਦ ਤੋਂ ਆਦ, ਬਹੁਤ ਦੁੱਖ ਪਾਉਂਦੇ ਹੈ। ਮਾਨੋ ਉਹਨਾਂ ਦਾ ਕਲੇਜਾ ਸੜਦਾ ਹੋਵੇ, ਸੜ ਬਲ ਕੇ ਸੁਆਹ ਹੋ ਰਹੇ ਹਨ। ਜਰੀ ਹੋ ਨਾ ਜਾਏ ਖੁਨ ਸਾਏ ਨਿੰਦ ਪਾਖ ਤੇ ਜਰੀ ਨਹੀਂ ਜਾਂਦੀ ਮਹਾਰਾਜ ਦੀ ਚੜ੍ਹਾਈ, ਸਤਿਗੁਰਾਂ ਦੇ ਘਰ ਦੀ ਮਹਿਮਾ, ਜਿਸ ਕਰਕੇ ਫਿਰ ਲੋਕਾਂ ਦੇ ਪਾਸ ਇਹ ਨਿੰਦਾ ਕਰਦੇ ਆ ਮਹਾਰਾਜ ਦੀ। ਇਹ ਐ ਆ ਜੀ, ਵੇਖੋ ਇੱਥੇ ਉਹ ਨਿੰਦਾ, ਜਦੋਂ ਮਹਾਰਾਜ ਨੇ ਸਤ ਸੰਗ ਜੀ ਖੂਹ ਲਵਾਏ ਸੀ ਨਾ ਇੱਧਰ, ਜਿਹੜੇ ਦੁਸ਼ਟ ਸੀ ਨਿੰਦਕ ਗੁਰੂ ਘਰ ਦੇ ਪ੍ਰਿਥੀ ਚੰਦ ਤੋਂ ਆਦ, ਇਹਨਾਂ ਉੱਥੇ ਫਿਰ ਅਫਵਾਹ ਫੈਲਾਈ ਸੀ ਵੀ ਗੁਰੂ ਅਰਜਨ ਦੇਵ ਤਾਂ ਤੁਹਾਡੀਆਂ ਜ਼ਮੀਨਾਂ ਹੜੱਪਣ ਨੂੰ ਫਿਰਦੇ ਆ, ਖੂਹ ਲਵਾਈ ਜਾਂਦੇ ਆ ਤੇ ਜ਼ਮੀਨਾਂ ਆਬਾਦ ਕਰਕੇ ਇਹਨਾਂ ਨੇ ਸਿੱਖ ਇੱਥੇ ਵਸਾ ਦੇਣੇ ਪਾਸਿਓਂ ਲਿਆ ਕੇ, ਤੇ ਤੁਹਾਨੂੰ ਮੁੜ ਕੇ ਕਿਹਨੇ ਪੁੱਛਣਾ। ਤੇ ਇਹਨਾਂ ਦਾ ਦਬਦਬਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਗੁਰੂ ਘਰ ਦੀ ਨਿੰਦਾ ਕਰਦੇ, ਜ਼ੋਰ ਕੋਈ ਚੱਲਦਾ ਨਹੀਂ ਹੋਰ, ਤੇ ਨਿੰਦਿਆ ਤੇ ਤੁਲੇ ਹੋਏ ਹਨ। ਬਕ ਕੇ ਕਰਮ ਕਰ ਹੰਸਣ ਕੀ ਰੀਸ ਧਰੈ। ਵੀ ਕਵੀ ਜੀ ਕਹਿੰਦੇ ਵੀ ਰੀਸ ਕਰਦੇ ਹੰਸਾਂ ਦੀ, ਪ੍ਰਿਥੀ ਚੰਦ ਵਰਗੇ ਜਾਂ ਕੋਈ ਹੋਰ ਵੀ ਉਹਨਾਂ ਸਮਿਆਂ ਵਿੱਚ ਜਿਹੜੇ ਗੁਰੂ ਬਣਦੇ ਸੀ, ਤੇ ਰੀਸ ਕਰਦੇ ਆ ਹੰਸਾਂ ਦੀ। ਤੇ ਕੰਮ ਇਹਨਾਂ ਦੇ ਬਗਲਿਆਂ ਵਾਲੇ, ਹੁਣ ਜਿਵੇਂ ਬਗਲਾ ਆਖੇ ਮੈਂ ਹੰਸ ਬਣਨਾ, ਰੰਗ ਜ਼ਰੂਰ ਚਿੱਟਾ ਹੈ ਪਰ ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਵੇ। ਬਗਲੇ ਨੇ ਖਾਣੇ ਡੱਡੂ, ਤੇ ਜਿਹੜਾ ਹੈ ਹੰਸ ਉਹਦਾ ਖਾਣਾ ਹੀਰਾ ਮੋਤੀ ਚੁਗਦਾ ਹੰਸ। ਤੋ ਇਸ ਤਰ੍ਹਾਂ ਕਵੀ ਜੀ ਕਹਿੰਦੇ ਵੀ ਹੈ ਤਾਂ ਮਨ ਵਿੱਚ ਪਾਪ ਇਹਨਾਂ ਦੇ, ਤੇ ਰੀਸ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਤੇ ਬਾਬਾ ਬੁੱਢਾ ਸਾਹਿਬ ਜਾਂ ਭਾਈ ਗੁਰਦਾਸ ਵਰਗੇ ਸਿੱਖਾਂ ਦੀ ਕਰਦੇ ਆ। ਉਘਰੈ ਕਪਟ ਜਨ ਤਨ ਅਬਿਲਖ ਤੇ ਜਦੋਂ ਸੰਗਤਾਂ ਦੇ ਸਾਹਮਣੇ ਇਹਨਾਂ ਦੇ ਝੂਠ ਉਗੜਦੇ ਆ ਨਾ, ਉਗੜ ਕੇ ਸਾਹਮਣੇ ਆਉਂਦੇ ਆ, ਸਾਰੇ ਜਾਣ ਲੈਂਦੇ ਆ ਵੀ ਇਹ ਤਾਂ ਧਨ ਦੀ ਇੱਛਾ ਕਰਨ ਵਾਸਤੇ ਗੁਰੂ ਬਣੇ ਹੋਏ ਆ, ਇਹਨਾਂ ਦੇ ਪੱਲੇ ਕੱਖ ਨਹੀਂ ਹੈ, ਕੋਈ ਪਰਮੇਸ਼ਰ ਦੇ ਪਰਥਾਏ ਇਹਨਾਂ ਦਾ ਪ੍ਰੇਮ ਭਰੋਸਾ ਨਹੀਂ, ਸਿੱਖਾਂ ਨੂੰ ਪ੍ਰੇਮ ਨਹੀਂ ਕਰਨ ਵਾਲੇ, ਇਹ ਤਾਂ ਸਿੱਖਾਂ ਨੂੰ ਕੇਵਲ ਤੇ ਕੇਵਲ ਮਾਇਆ ਕਰਕੇ ਜੀ ਆਇਆਂ ਆਖਦੇ ਆ। ਇਹੋ ਜਿਹੇ ਪੜਦੇ ਜਦੋਂ ਉਗੜਦੇ ਸੰਗਤ ਵਿੱਚ। ਬਾਸਨਾ ਬਸਾਏ ਠਾਨੇ ਅਨੇਕ ਉਪਾਏ ਮੂੜ। ਤੇ ਕੋਈ ਵੀ ਇਹਨਾਂ ਦਾ ਬਸ ਨਹੀਂ ਚੱਲਦਾ ਵਿਚਾਰਿਆਂ ਦਾ, ਤੇ ਬੜੇ ਉਪਾਅ ਕਰਦੇ ਵੀ ਸੰਗਤ ਕਿਸੇ ਨਾ ਕਿਸੇ ਤਰ੍ਹਾਂ ਪ੍ਰਿਥੀ ਚੰਦ ਦੇ ਬੰਦੇ ਕਹਿੰਦੇ ਵੀ ਸਾਡੇ ਪਾਸ ਆਵੇ, ਪਰ ਸੰਗਤ ਆਉਂਦੀ ਨਹੀਂ। ਬੜੇ ਉਪਾਅ ਹੀਲੇ ਕਰਦੇ ਆ ਪਰ ਕੋਈ ਵਸ ਨਹੀਂ ਚੱਲਦਾ ਹੈ। ਝੂਠੇ ਹਵੈ ਵਿਵਾਦ ਤੇ ਮਹਾਨ ਮਨ ਮਖ ਤੇ। ਜਦੋਂ ਕੋਈ ਝਗੜਾ ਹੁੰਦਾ, ਕੋਈ ਗੱਲ ਪਤਾ ਲੱਗ ਜਾਂਦੀ, ਪਿੱਛੇ ਜੇ ਸੁਣਿਆ ਨਾ ਉਹਨਾਂ ਪੈਸੇ ਖੋਏ ਸੀ ਸੰਗਤ ਤੋਂ, ਕਹਿੰਦੇ ਦਿਓ ਜੀ ਇਹ ਪ੍ਰਿਥੀ ਚੰਦ ਗੁਰੂ ਹੈ, ਧੱਕੇ ਨਾਲ ਮਾਇਆ ਲੈ ਲਈ ਸੀ ਸੰਗਤਾਂ ਤੋਂ। ਤਾਂ ਜਦੋਂ ਸੰਗਤਾਂ ਨਾਲ ਝਗੜਾ ਹੁੰਦਾ, ਇਹਨਾਂ ਦੇ ਪਾਜ ਖੁੱਲ੍ਹਦੇ ਆ, ਝੂਠੇ ਸਾਬਤ ਹੁੰਦੇ ਆ, ਤੇ ਬੜੇ ਦੁਖੀ ਹੁੰਦੇ ਮਨ ਕਰਕੇ। ਹਿਰਦੈ ਗੋਪ ਰਾਖ ਤੇ ਬਿਲੰਦ ਬਿਸ਼ਖਾ ਕਾਂਖ ਤੇ। ਹਿਰਦੇ ਵਿੱਚ ਕੁਝ ਗੁਪਤ ਰੱਖਦੇ ਗੱਲਾਂ। ਕੀ ਗੱਲਾਂ ਗੁਪਤ ਰੱਖਦੇ ਆ? ਇਹ ਵਿਸ਼ੇ ਭੋਗਣ ਦੇ ਸਾਰੇ ਜਿਹੜੇ ਆ ਨਾ, ਇਹ ਪ੍ਰਿਥੀ ਚੰਦ ਦੇ ਮਸੰਦ, ਇਹ ਵਿਸ਼ਈ ਸਨ ਸਾਰੇ, ਤੇ ਮਨ ਵਿੱਚ ਵਿਸ਼ੇ ਭੋਗਣ ਦੀ ਜਾਂ ਹੋਰ ਵੀ ਕੋਈ ਉਸ ਸਮੇਂ ਦੇ ਜਿਹੜੇ ਆਪਦੇ ਆਪ ਨੂੰ ਮਹਾਤਮਾ ਕਹਾਉਂਦੇ ਸੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਰਾਬਰੀ ਵਿੱਚ, ਉਹ ਸਾਰੇ ਮਨ ਕਰਕੇ ਤਾਂ ਵਿਸ਼ੇ ਭੋਗਦੇ ਆ ਜਾਂ ਮਨ ਵਿਸ਼ਿਆਂ ਵਿੱਚ ਰੁਚਿਆ ਹੋਇਆ, ਪਰ ਬਾਹਰੋਂ ਬੜੇ ਪੜਦੇ ਰੱਖਦੇ ਹਨ।
ਵੱਡਿਓ ਕੀ ਸੀਮ ਨਾਖ ਤੇ ਨਾ ਸੇਵਾ ਵੇਖੈ ਗਾਖ ਤੇ। ਵੱਡਿਆਂ ਦੀ ਬੰਨੀ ਹੋਈ ਮਰਿਆਦਾ ਨੂੰ ਲੰਘ ਰਹੇ ਆ ਪ੍ਰਿਥੀ ਚੰਦ ਵਰਗੇ ਮਸੰਦ ਗੁਰੂ ਰਾਮਦਾਸ ਮਹਾਰਾਜ ਨੇ ਜਿਵੇਂ ਸਥਾਪਿਤ ਕੀਤੇ। ਉਹ ਮਰਿਆਦਾ ਬੰਨੀ ਹੋਈ ਸੀ ਵੀ ਇਸ ਤਰ੍ਹਾਂ ਆਚਰਣ ਰੱਖਣਾ, ਸਿੱਖ ਦਾ ਇਹੋ ਜਿਹਾ ਕਰੈਕਟਰ ਚਰਿੱਤਰ ਹੋਵੇ। ਉਹ ਆਚਰਣ ਸਿੱਖਾਂ ਵਾਲਾ ਲੰਘ ਰਹੇ ਹੈ। ਵੱਡਿਆਂ ਦੀ ਬੰਨੀ ਮਰਿਆਦਾ ਤੋੜ ਕੇ ਤੇ ਸੇਵਾ ਦੇ ਵਿੱਚ ਚਿੱਤ ਨਹੀਂ ਲਾਉਂਦੇ, ਵਿਸ਼ੇ ਭੋਗਦੇ ਹਨ। ਸਵਈਆ ਗ੍ਰਾਮ ਵਡਾਲੀ ਬਸੇ ਸੁਖ ਸੋ। ਤੋ ਗੁਰੂ ਅਰਜਨ ਦੇਵ ਮਹਾਰਾਜ ਪਰਿਵਾਰ ਸਮੇਤ ਵਡਾਲੀ ਨਗਰ ਦੇ ਵਿੱਚ ਸੁਖ ਦੇ ਨਾਲ ਬੜੇ ਆਨੰਦ ਨਾਲ ਰਹਿ ਰਹੇ ਹਨ। ਨਵ ਮਾਸ ਤਾਂ ਇਸ ਪੰਥ ਬਿਤਾਏ। 9 ਮਹੀਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਖਾਲਸਾ ਜੀ ਜਦੋਂ ਅੰਮ੍ਰਿਤਸਰ ਸਾਹਿਬ ਨਗਰ ਛੱਡਿਆ ਨਾ, ਤੇ 9 ਮਹੀਨੇ ਦੀਨਾ ਬੰਧੂ ਸੱਚੇ ਪਾਤਸ਼ਾਹ ਜੀਆਂ ਨੇ ਬਤੀਤ ਕੀਤੇ ਹੈ। 9 ਮਹੀਨੇ ਪੂਰੇ ਕੀਤੇ ਇਸ ਪਾਵਨ ਪਵਿੱਤਰ ਨਗਰ ਵਿੱਚ। ਸਿੱਖ ਸਮੂਹ ਕੀ ਸ਼੍ਰੇਯ ਕਰੈ। ਤੋ ਸਿੱਖ ਜਿਹੜੇ ਵੈ ਉਹ ਸਾਰੇ ਇੱਛਾ ਰੱਖਦੇ ਆ ਮੁਕਤੀ ਦੀ। ਤੋ ਐਸੇ ਤਰ੍ਹਾਂ ਕਰਦੇ ਆ ਇੱਛਾ ਸਿੱਖ ਜਿਹੜੇ ਵੈ ਵੀ ਸਿੱਖ ਸਮੂਹ ਕੀ ਸ਼੍ਰੇ ਕਰੈ। ਜਿਹੜਾ ਵਡਾਲੀ ਵਿੱਚ ਆਏ ਹੋਏ ਹੈ ਗੁਰੂ ਅਰਜਨ ਦੇਵ ਮਹਾਰਾਜ, 9 ਮਹੀਨੇ ਇਹਨਾਂ ਨੇ ਬਤੀਤ ਕਰ ਦਿੱਤੇ ਸੱਚੇ ਪਾਤਸ਼ਾਹ ਜੀ ਇੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਵਰਦਾਨ ਤੋਂ ਬਾਅਦ। ਤੇ ਜਿਸ ਤਰ੍ਹਾਂ ਸਿੱਖ ਜਿਹੜੇ ਵੈ ਸਾਰੇ ਉਹ ਰਲ ਮਿਲ ਕਰਕੇ ਰਹਿੰਦੇ ਆ, ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨਾ ਬੰਧੂ ਸਤਿਗੁਰੂ ਸਾਰੇ ਸਿੱਖਾਂ ਦੀ ਕਲਿਆਣ ਕਰ ਰਹੇ ਇੱਥੇ ਰਹਿੰਦੇ ਹੋਏ। ਸਤਨਾਮ ਰਰੈ ਲਿਵ ਦੇ ਤੋ ਲਗਾਏ। ਤੇ ਸੱਚੇ ਪਾਤਸ਼ਾਹ ਜੀ ਸਤਨਾਮ ਦਾ ਜਾਪ ਕਰਦੇ ਆਪ ਤੇ ਸਿੱਖਾਂ ਤੋਂ ਕਰਵਾਉਂਦੇ ਆ। ਸਿੱਖਾਂ ਦੀ ਬੜੀ ਲਿਵ ਜੋੜ ਦਿੱਤੀ ਹਜ਼ੂਰ ਨੇ। ਮੇਲ ਰਹਿ ਬਾਹ ਸੰਗਤ ਕੋ। ਤੇ ਬੜੇ ਸੰਗਤ ਦਾ ਮੇਲ ਮਿਲਾਪ ਇੱਥੇ ਹੁਣ ਗੁਰੂ ਕੀ ਵਡਾਲੀ ਵੀ ਰਹਿੰਦਾ। ਬੇਅੰਤ ਸੰਗਤਾਂ ਗੁਰੂ ਕੀ ਵਡਾਲੀ ਜੁੜ ਰਹੀਆਂ, ਜੋੜ ਮੇਲੇ ਬਣੇ ਹੋਏ ਐ, ਦੀਵਾਨ ਭਰ ਭਰ ਕੇ ਲੱਗਦੇ ਹਨ। ਧਨ ਬ੍ਰਿੰਦ ਪਦਾਰਥ ਪੇਟ ਚੜਾਏ। ਤੇ ਬੜਾ ਖੁੱਲੀ ਮਾਤਰਾ ਵਿੱਚ ਧਨ ਆਉਂਦਾ ਗੁਰੂ ਘਰ ਵਿੱਚ। ਸੰਗਤਾਂ ਕਹਿੰਦੀਆਂ ਕਹਾਉਂਦੀਆਂ ਭੇਟਾਵਾਂ ਜਿਹੜੀਆਂ ਨਾ ਆਪਦੇ ਵਰਤੋਂ ਨਾਲੋਂ ਜਿਹੜੀਆਂ ਵੱਧ ਨੇ, ਜਿਹੜੀ ਆਪ ਵਰਤਦੀਆਂ ਉਹੋ ਜਿਹੀ ਵਸਤੂ ਨਹੀਂ, ਉਸ ਤੋਂ ਸੁੰਦਰ ਵਸਤੂਆਂ ਸੱਚੇ ਪਾਤਸ਼ਾਹ ਦੇ ਘਰ ਵਾਸਤੇ ਭੇਟਾ ਕਰ ਰਹੀਆਂ ਸਭ ਸੰਗਤਾਂ। ਖੁੱਲੀ ਮਾਇਆ, ਬੇਅੰਤ ਭੇਟਾਵਾਂ, ਵਸਤਰਾਂ ਦੇ ਅੰਬਾਰ ਹਜ਼ੂਰ ਜਦੋਂ ਦੀਵਾਨ ਵਿੱਚ ਸਜਦੇ ਆ ਤੇ ਚਾਰੇ ਪਾਸੇ ਵਸਤਰਾਂ ਦੇ ਅੰਬਾਰ ਲੱਗ ਜਾਂਦੇ ਆ। ਬੇਸ਼ਕੀਮਤੀ ਗਹਿਣੇ ਮਾਇਆ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਢੇਰੀ ਹੋ ਜਾਂਦੀ ਹੈ। ਸੋ ਉਪਕਾਰ ਕੇ ਕਾਰਨ ਸ਼੍ਰੀ ਗੁਰ। ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਤੋਂ ਨਿਰਲੇਪ ਹਨ ਹਜ਼ੂਰ। ਜਿੰਨੀ ਮਾਇਆ ਆਉਂਦੀ ਹੈ, ਜੋ ਵੀ ਵਸਤੂਆਂ ਆਉਂਦੀਆਂ ਉਹ ਆਪ ਵਰਤਦੇ ਨਹੀਂ ਗੁਰੂ ਗਰੀਬ ਨਵਾਜ। ਉਹ ਸਾਰੇ ਦਾ ਸਾਰਾ ਧਨ ਪਦਾਰਥ ਵਸਤਰ ਸਭ ਕੁਝ ਜੋ ਆਉਂਦਾ ਹੈ ਉਹ ਪਰਉਪਕਾਰ ਵਾਸਤੇ ਸੰਸਾਰ ਦੇ ਭਲੇ ਵਿੱਚ ਲਾ ਦਿੰਦੇ ਹੈ। ਕੂਪ ਤੇ ਆਦਿਕ ਦੇ ਬਨਵਾਏ। ਤੇ ਉਸ ਮਾਇਆ ਨਾਲ ਨਾ ਸੱਚੇ ਪਾਤਸ਼ਾਹ ਦੀਆਂ ਉਹ ਸੇਵਾ ਦੀ ਮਾਇਆ ਜਿਹੜੀ ਸੇਵਾ 'ਚ ਹੀ ਜਾਂਦੀ ਹੈ। ਸੱਚੇ ਪਾਤਸ਼ਾਹ ਦੀਆਂ ਖੂਹ ਲਵਾਏ ਫਿਰ ਖਾਲਸਾ ਜੀ ਉਹ ਦੱਸਿਆ ਅੱਗੇ ਵੀ 6 ਖੂਹ ਮਹਾਰਾਜ ਨੇ ਵਡਾਲੀ ਦੇ ਲਾਗੇ ਲਵਾਏ ਸੀ। ਤੋ ਗਰੀਬ ਨਵਾਜ ਉਹ ਸਾਰੀ ਮਾਇਆ ਖੂਹ ਲਵਾ ਰਹੇ ਹੈ। ਕਿਸੇ ਗਰੀਬ ਦਾ ਘਰ ਪਵਾ ਦਿੱਤਾ, ਤਲਾਬ ਖਟਵਾ ਦਿੱਤੇ। ਇਸ ਤਰ੍ਹਾਂ ਦੇ ਪਰਉਪਕਾਰ ਸੱਚੇ ਪਾਤਸ਼ਾਹ ਜੀ ਉਸ ਮਾਇਆ ਨਾਲ ਕਰਵਾਉਂਦੇ ਹਨ। ਦੇਗ ਚੱਲੈ ਦਿਨ ਰਹਿਣ ਨਿਰੰਤਰ। ਬਾਕੀ ਲੰਗਰ ਚੱਲਦਾ ਹੈ ਫਿਰ ਦਿਨ ਰਾਤ, ਲੰਗਰ ਨਹੀਂ ਬੰਦ ਹੁੰਦਾ। ਦਿਨ ਰਾਤ ਵਡਾਲੀ ਵਿੱਚ ਲੰਗਰਾਂ ਦੇ ਦਰਵਾਜ਼ੇ ਖੁੱਲੇ ਆ। ਬ੍ਰਿੰਦ ਮਸੰਦ ਹੀ ਕਾਰ ਗੁਜ਼ਾਰੈ। ਤੇ ਜਿਹੜੇ ਗੁਰੂ ਘਰ ਵਿੱਚ ਮਸੰਦ ਨਿਯੁਕਤ ਕੀਤੇ ਹੋਏ ਆ ਨਾ, ਉਹ ਮਸੰਦ ਦੀ ਸਾਰੀ ਸੇਵਾ ਸਾਂਭਦੇ। ਜਿਹੜੀ ਇੱਥੋਂ ਦੀ ਸੇਵਾ ਉਹ ਮਸੰਦਾਂ ਦੇ ਅੰਦਰ ਹੈ। ਮਸੰਦ ਸਾਰੀ ਸੇਵਾ ਸਾਂਭਦੇ ਹਨ। ਆਪ ਗੁਰੂ ਤਨ ਕੋ ਨਾ ਛੁਬੈ ਕਰ। ਤੇ ਗਰੀਬ ਨਵਾਜ ਹੱਥ ਲਾ ਕੇ ਧਨ ਨਹੀਂ ਛੋ ਕੇ, ਭਾਵ ਜਦੋਂ ਸੰਗਤਾਂ ਆਉਂਦੀਆਂ ਚਰਨੀ ਮੱਥਾ ਟੇਕ ਦਿੰਦੀਆਂ ਉਹ ਧਨ ਉਸੇ ਤਰ੍ਹਾਂ ਹੀ ਪਿਆ ਰਹਿੰਦਾ। ਮਸੰਦ ਚੁੱਕ ਲੈਂਦੇ ਆ, ਉਹਨੂੰ ਸਾਂਭ ਕੇ ਤੇ ਵਰਤਾ ਲੈਂਦੇ ਜਿੱਥੇ ਲੋੜ ਹੁੰਦੀ ਹੈ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਸ ਮਾਇਆ ਨੂੰ ਹੱਥ ਤੱਕ ਨਹੀਂ ਲਾਉਂਦੇ ਆ। ਸੇਵਕ ਆਣ ਤੁਰੈ ਜੋ ਅਗਾਰੈ। ਜਿਹੜੀਆਂ ਸੰਗਤਾਂ ਸੇਵਾ ਵਾਸਤੇ ਧਨ ਦਿੰਦੀਆਂ ਮਹਾਰਾਜ ਦੇ ਚਰਨਾਂ ਵਿੱਚ, ਉਹ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਦਾ ਧਨ ਸੇਵਾ ਵਿੱਚ ਲਾ ਰਹੇ ਆ। ਲੰਗਰ ਚਲਾਉਂਦੇ ਆ। ਖੁੱਲੇ ਜਿਹੜੇ ਵਾ ਉਹ ਪਾਣੀ ਵਾਸਤੇ ਖੂਹ ਲਵਾਏ ਜਾ ਰਹੇ। ਸੱਚੇ ਪਾਤਸ਼ਾਹ ਜੀ ਇਹ ਸਾਰੀ ਜਿਹੜੀ ਸੇਵਾ ਮਸੰਦਾਂ ਦੇ ਹਵਾਲੇ ਕੀਤੀ ਹੈ। ਲੇਹ ਸੰਭਾਰ ਪਦਾਰਥ ਜੋ ਸਭ। ਜਿਹੜੇ ਪਦਾਰਥ ਆਉਂਦੇ ਸਾਰੇ ਦੇ ਸਾਰੇ ਮਸੰਦ ਸਾਂਭ ਲੈਂਦੇ ਆ। ਮਸੰਦ ਜਿਵੇਂ ਉਹ ਬਾਪੂ
ਇਹਨੂੰ ਕਥਾ ਨਹੀਂ ਹੁੰਦੀ ਮੁੜ ਕੇ ਮੇਥੋਂ ਜਾ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨੀ ਜਿੰਨੀ ਸੇਵਾ ਆਉਂਦੀ ਨਾ, ਮਾਇਆ ਆਉਂਦੀ ਜਾਂ ਬਸਤਰ ਆਉਂਦੇ ਆ, ਹਜ਼ੂਰ ਨਹੀਂ ਵਰਤਦੇ ਹੋ। ਮਸੰਦਾਂ ਦਾ ਪਹਿਰਾ ਪੱਕਾ ਹੀ ਜ਼ਿੰਮੇਵਾਰੀ ਲਾਈ ਹੋਈ ਵੀ ਜਿੱਥੇ ਜੀ ਕਰਦਾ ਹੈ ਮਾਇਆ ਨੂੰ ਤੁਸੀਂ ਵਰਤੋ। ਤੇ ਉਹ ਸਾਰੀ ਮਾਇਆ, ਸਭ ਪਦਾਰਥ, ਧਨ ਦੌਲਤ, ਰਾਸ਼ਨ, ਸਭ ਮਸੰਦ ਜਿਹੜਾ ਵਾ ਉਹ ਆਪਦੇ ਹੱਕ ਵਿੱਚ ਕਰ ਲੈਂਦੇ ਆ। ਪੈ ਖਰਚੈ ਜਿਮ ਵਾਪੂ ਚਾਰੈ। ਤੇ ਫਿਰ ਖਰਚ ਦੇ ਮਸੰਦ ਹੋਵੇਂ, ਕਿਉਂਕਿ ਮਹਾਰਾਜ ਦੇ ਸੱਚੇ ਪਾਤਸ਼ਾਹ ਜੀਆਂ ਦੇ ਕਹਿਣੇ ਵਿੱਚ ਸਨ ਉਦੋਂ ਤੱਕ ਮਸੰਦ। ਤੇ ਜੈਸਾ ਗਰੀਬ ਨਵਾਜ਼ ਜਿਵੇਂ ਕਹਿੰਦੇ ਸੀ ਵੀ ਆਹ ਭਾਈ ਇੱਥੇ ਮਾਇਆ ਖਰਚਣੀ ਆ, ਇੱਥੇ ਖਰਚਣੀ, ਉਸੇ ਤਰ੍ਹਾਂ ਜਿਵੇਂ ਮਹਾਰਾਜ ਦਾ ਹੁਕਮ ਹੁੰਦਾ ਉਹ ਗੁਰੂ ਘਰ ਦੀ ਰੱਖੀ ਹੋਈ ਮਾਇਆ ਨੂੰ ਮਸੰਦ ਉਸੇ ਤਰ੍ਹਾਂ ਵਰਤ ਲੈਂਦੇ। ਜਿਹੜੀ ਕੋਈ ਦਾਲਾਂ ਜਾਂ ਕੋਈ ਆਟਾ ਹੋਰ ਆਦਿਕ ਆਉਂਦਾ, ਉਹ ਸਾਰਾ ਕੁਝ ਜੋ ਵੀ ਆ ਨਾ, ਜਿਵੇਂ ਮਹਾਰਾਜ ਦਾ ਹੁਕਮ ਹੁੰਦਾ ਮਸੰਦ ਉਸੇ ਤਰ੍ਹਾਂ ਵਰਤ ਲੈਂਦੇ ਸਨ। ਕੇਵਲ ਹਿਤ ਸਭਾ ਉਪਕਾਰ ਕੇ। ਬਸ ਵੀ ਕੇਵਲ ਉਪਕਾਰ ਵਾਸਤੇ ਧਨ ਵਰਤਿਆ ਜਾਂਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਹੋਰ ਕਿਸੇ ਕਾਰਜ ਵਾਸਤੇ ਸੰਗਤ ਦੀ ਮਾਇਆ ਨਹੀਂ ਵਰਤਦੇ ਹਨ। ਹੇਰ ਤ੍ਰਿਲੋਕ ਪ੍ਰਸ਼ੰਸ ਪਸਾਰੈ। ਤੋ ਵੇਖ ਵੇਖ ਕੇ ਤਰਲੋਕੀ ਵੀ ਜਿਹੜੀ ਵਾ ਪ੍ਰਸ਼ੰਸਾ ਹੁੰਦੀ ਹੈ। ਸਿੱਖਾਂ ਦੀ ਪ੍ਰਸ਼ੰਸਾ, ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਪ੍ਰਸ਼ੰਸਾ ਤਰਲੋਕੀ ਵਿੱਚ ਹੋ ਰਹੀ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਗ ਤਾਰਨ ਕਾ ਅਵਤਾਰ ਬਣਾਇਓ। ਮਹਾਰਾਜ ਨੇ ਅਵਤਾਰ ਧਾਰਿਆ ਪਰਉਪਕਾਰ ਵਾਸਤੇ, ਸੰਸਾਰ ਦੇ ਭਲੇ ਨਿਮਿਤ ਅਵਤਾਰ ਧਾਰਿਆ। ਹਜ਼ੂਰ ਦੀ ਜਿਹੜੀ ਵੈ ਉਹ ਸੋਭਾ ਉਹ ਤਰਲੋਕੀ ਵਿੱਚ ਵੀ ਹੋ ਰਹੀ। ਸਭ ਵੇਖ ਵੇਖ ਕੇ ਮਹਾਰਾਜ ਦੀ ਸੋਭਾ ਕਰਦੇ ਹਨ। ਮਾਸ ਚੜਿਓ ਦਸਮੋ ਗ੍ਰਭ ਕੋ ਜਬ। ਕਵੀ ਜੀ ਕਹਿੰਦੇ ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਤੋਂ ਵਡਾਲੀ ਆਇਆ ਹੋਇਆ ਹਜ਼ੂਰ ਦੇ ਪਰਿਵਾਰ ਨੂੰ ਜਦੋਂ 10 ਮਹੀਨੇ ਪੂਰੇ ਹੋ ਗਏ, 10ਵਾਂ ਮਹੀਨਾ ਹਾੜ ਦਾ ਚੜਿਆ ਹੈ। ਹੋਤ ਪਇਓ ਸ ਪ੍ਰਸੂਤ ਸਮ। ਤੋ ਉਹਨਾਂ ਸਮਿਆਂ ਵਿੱਚ ਜਿਹੜਾ ਵਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦੇ ਅਵਤਾਰ ਦਾ ਵੀ ਸਮਾਂ ਨਜ਼ਦੀਕ ਆ ਪਹੁੰਚਿਆ ਹੈ। ਤਾਏ ਜੇ ਸਿਆਣੀ ਬੁਲਾਏ ਲਈ ਤਬ। ਤੋ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਦਾ ਸਮਾਂ ਜਾਣ ਕਰਕੇ ਸਿਆਣੀਆਂ ਜਿਹੜੀਆਂ ਦਾਈਆਂ ਇਸ ਇਲਾਕੇ ਦੀਆਂ ਉਹਨਾਂ ਨੂੰ ਸੱਦੇ ਭੇਜ ਬੁਲਾ ਲੈਣਾ ਕੀਤਾ ਹੈ। ਆਣ ਅਸੀਸ ਦੀ ਨੰਦ ਜਮੋ। ਉਹਨਾਂ ਸਿਆਣੀਆਂ ਦਾਈਆਂ ਨੇ ਆ ਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਅਸੀਸ ਦਿੱਤੀ, ਕਿਉਂਕਿ ਉਮਰਾਂ ਵਿੱਚ ਵੱਡੀਆਂ ਬਜ਼ੁਰਗ ਸਨ। ਆਖਿਆ ਭਾਈ ਤੁਹਾਨੂੰ ਪੁੱਤਰ ਦਾ ਮੂੰਹ ਵੇਖਣਾ ਮਿਲੇ, ਤੁਹਾਡੇ ਘਰੇ ਸਾਹਿਬਜ਼ਾਦੇ ਪ੍ਰਗਟ ਹੋਣ, ਇਸ ਤਰ੍ਹਾਂ ਅਸੀਸਾਂ ਦਿੱਤੀਆਂ ਹਨ। ਕੋਸ਼ਠ ਅੰਤਰ ਦੀਪਕ ਆਠ। ਤੋ ਜਿੱਥੇ ਮਾਤਾ ਗੰਗਾ ਜੀ ਦਾ ਆਸਣ ਲੱਗਿਆ ਹੋਇਆ ਨਾ ਸਾਧ ਸੰਗਤ ਜੀ, ਕਵੀ ਜੀ ਕਹਿੰਦੇ 8 ਦੀਵੇ ਜਗ ਰਹੇ ਆ 8 ਕੋਨਿਆਂ ਤੇ। ਸਾਰੇ ਉਸ ਕਮਰੇ ਦੇ ਵਿੱਚ 8 ਦੀਵੇ ਬਾਲ ਕੇ ਵੱਡੇ ਪ੍ਰਕਾਸ਼ ਕੀਤਾ ਘਿਓ ਦੇ ਦੀਵਿਆਂ ਨਾਲ। ਦੀਪਾਏ ਤਰੇ ਕਰ ਦੂਰ ਤਮ। ਤੇ ਹਨੇਰਾ ਦੂਰ ਕੀਤਾ ਐਨ ਚਾਨਣ ਹੀ ਚਾਨਣ ਉਸ ਕਮਰੇ ਵਿੱਚ 8 ਘਿਓ ਦੇ ਦੀਵੇ ਬਲਦੇ ਹੈ। ਮਹਿਕ ਆ ਰਹੀ ਹੈ ਤੇ ਖੁੱਲਾ ਚਾਨਣ ਹੋ ਰਿਹਾ ਹੈ, ਹਨੇਰਾ ਦੂਰ ਹੈ। ਸੌਨ ਸਭੈ ਸ਼ੋਭ ਵਾਰ ਨਿਛਤਰਨ। ਤੋ ਕਵੀ ਜੀ ਕਹਿੰਦੇ ਸ਼ੁਭ ਸ਼ਗਨ ਸੀ ਭਾਈ, ਉਦੋਂ ਸ਼ੁਭ ਸ਼ਗਨ ਹੋ ਰਹੇ ਹੈ। ਸਭ ਪਾਸੇ ਕਮਰੇ ਵਿੱਚ ਖੁੱਲਾ ਚਾਨਣ 8 ਦੀਵੇ ਜਗ ਰਹੇ ਹੈ। ਤੇ ਵਾਰ ਨਛੱਤਰ ਦਿਨ ਸਥਿਤ ਵਾਰ ਸਭ ਸ਼ੁਭ ਹੈ, ਕਿਉਂਕਿ ਗੁਰੂ ਪਰਮੇਸ਼ਰ ਨੇ ਅਵਤਾਰ ਧਾਰਨਾ ਹੈ ਭਾਈ। ਵਾਰ ਦਿਨ ਗ੍ਰਹਿ ਨਛੱਤਰ ਸਭ ਆਪੀ ਸ਼ੁਭ ਹੋਣੇ, ਕਿਉਂਕਿ ਪਰਮੇਸ਼ਰ ਅਵਤਾਰ ਧਾਰ ਰਹੇ ਹਨ। ਨਾਉ ਗ੍ਰਹਿ ਹੋਆਨ ਕੈ ਕੀਨ ਨਮੋ। ਤੇ ਜਿਨ੍ਹਾਂ 9 ਗ੍ਰਹਿਆਂ ਨੂੰ ਕਿਸੇ ਗ੍ਰਹਿ ਨੂੰ ਕੋਈ ਚੰਗਾ ਮੰਨਦਾ ਹੈ, ਮੰਗਲ ਨੂੰ ਮਾੜਾ ਮੰਨਦਾ, ਉਹ ਕਵੀ ਸੰਤੋਖ ਸਿੰਘ ਜੀ ਕਹਿੰਦੇ 9 ਦੇ 9 ਗ੍ਰਹਿ ਹੀ ਮਾਤਾ ਗੰਗਾ ਜੀ ਨੂੰ ਨਮਸਕਾਰਾਂ ਹੱਥ ਜੋੜ ਕੇ ਖੜੇ ਹੋ ਕੇ ਕਰਦੇ ਆ, ਕਿਉਂਕਿ ਇਹਨਾਂ ਦੇ ਕੁੱਖੋਂ ਅੱਜ ਅਜਾਣ ਬਾਹੋ ਦੀਨਾ ਬੰਧੂ ਭਗਤ ਵਛਲ, ਆਜਾਨ ਬਾਹੋ ਬੰਦੀ ਛੋੜ ਦਾਤੇ, ਗੁਰੂ ਗਰੀਬ ਨਵਾਜ ਮੀਰੀ ਅਰ ਪੀਰੀ ਦੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਵਤਾਰ ਧਾਰਨਾ ਹੈ। ਸਭ ਜਿਹੜੇ ਹੈ 9 ਗ੍ਰਹਿ, ਕੋਈ ਮਾੜਾ ਕਹਿੰਦਾ ਕੋਈ ਚੰਗਾ ਕਹਿੰਦਾ, ਪਰ ਮਾਤਾ ਗੰਗਾ ਜੀ ਨੂੰ ਖੜ ਕੇ ਇਹ ਨਮਸਕਾਰਾਂ ਕਰਦੇ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਨੂੰ ਤਰਸਦੇ ਹਨ। ਸੰਮਤ 16 ਸੈਰ ਬਾਵਨ। ਤੋ ਕਵੀ ਜੀ ਕਹਿੰਦੇ 1600 ਤੇ ਇਸੇ ਤਰ੍ਹਾਂ 52 ਬਿਕਰਮੀ ਸੰਮਤ ਹੈ ਸੀ। ਹਾੜ 21 ਕੋ ਦਿਨ ਸੋ। ਤੇ 21 ਹਾੜ ਸੀਗਾ, 21 ਹਾੜ ਦਾ ਦਿਨ ਸੀ
ਤੋ 1652 ਬਿਕਰਮੀ ਸੰਮਤ ਦਾ ਦਿਨ ਹੈ ਸੀ ਜਾਮਨੀ ਆਧ ਬਤੀਤ ਪਈ ਜਬ ਤੇ ਇਹ 21 ਹਾੜ ਦੀ ਜਦੋਂ ਰਾਤ ਇੱਕ ਪਹਿਰ ਬਤੀਤ ਹੋਈ ਹੈ ਪੋਖਿਆ ਨਛਤ ਸਮੋਤਬ ਹੋ ਤੇ ਪੋਖ ਨਛੱਤਰ ਜਿਹੜਾ ਵਾ ਉਹ ਉਹਨਾਂ ਸਮਿਆਂ ਵਿੱਚ ਜਿਹੜਾ 27 ਨਛੱਤਰਾਂ ਵਿੱਚੋਂ ਪੋਖ ਨਛੱਤਰ ਹੈ ਸੀ। ਤੋ ਉਹ ਸਮਾਂ ਜਿਹੜਾ ਸੁੰਦਰ ਸੁਹਾਵਣਾ ਹਾੜ ਮਹੀਨੇ ਦਾ ਹੈ। ਔਰ ਭਲੇ ਗ੍ਰਹਿ ਰਾਜ ਕੋ ਜੋਗ ਤੋ ਚੰਗੇ ਜਿਹੜੇ ਰਾਜ ਗ੍ਰਹਿ ਸੀ ਨਾ ਉਹਨਾਂ ਦਾ ਜੋਗ ਕਹੀਏ ਜੋੜ ਹੋ ਰਿਹਾ ਸੀ, ਮੇਲ ਹੋ ਰਿਹਾ ਸੀ। ਇਹ ਜੋਤਿਸ਼ ਪੜ੍ਹੇ ਹੋਣ ਕਰਕੇ ਕਵੀ ਜੀ ਲਿਖ ਰਹੇ ਹੈ। ਪਾਰੂਪ ਮਨੋਗ ਸੁਬਾਲਕ ਜੋ ਤੇ ਇਹ ਸਮੇਂ ਫਿਰ ਸ਼੍ਰੇਸ਼ਟ ਰੂਪ ਵਾਲੇ ਸੁੰਦਰ ਚਤੁਰਮੁਖੀ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਨੇ ਸੁੰਦਰ ਚਿਹਰਾ ਆਣ ਵਿਖਾਲੀ ਦਿੱਤੀ ਮਾਤਾ ਗੰਗਾ ਜੀ ਦੇ ਤਾਈ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਨਾ ਬੰਧੂ ਗੁਰੂ ਗਰੀਬ ਨਵਾਜ ਜੀਆਂ ਅਵਤਾਰ ਧਾਰਿਆ ਹੈ। ਤਾਏ ਨ ਸੇਵਤ ਤੇ ਜਨਮਿਓ ਤੋ ਸੋਨ ਜਾਂ ਮਨੋਗ ਜਿਹੜਾ ਸ਼੍ਰੇਸ਼ਟ ਬਾਲਕ ਅਵਤਾਰ ਧਾਰ ਰਿਹਾ ਹੈ। ਤੋ ਜਿਹੜੀਆਂ ਦਾਈਆਂ ਹੈ ਉਹਨਾਂ ਦੇ ਸੇਵਾ ਯੋਗ ਜਦੋਂ ਮਾਤਾ ਗੰਗਾ ਜੀ ਹੋਏ ਹਨ ਦੇਖ ਆਨੰਦ ਕਰੈ ਸਭ ਕੋ ਤੇ ਅਵਤਾਰ ਧਾਰਨ ਤੇ ਸਭ ਦਾਈਆਂ ਵੇਖ ਵੇਖ ਖੁਸ਼ ਹੁੰਦੀਆਂ, ਸਭ ਪਾਸੇ ਰੌਣਕ ਹੈ। ਉਹ ਜਿਹੜਾ ਖਾਲਸਾ ਜੀ ਕਮਰਾ ਹੈ ਨਾ ਜਿੱਥੇ ਮਾਤਾ ਗੰਗਾ ਜੀ ਦਾ ਆਸਣ ਹੈ ਉਹ ਦੀਵਿਆਂ ਦੀ ਲੋ ਫਿੱਕੀ ਪੈ ਰਹੀ ਨਾ ਦਗ ਦਗ ਕਰਦਾ ਹਜ਼ੂਰ ਚੋਜੀ ਪ੍ਰੀਤਮ ਹਰਗੋਬਿੰਦ ਸਾਹਿਬ ਮਹਾਰਾਜ ਦਾ ਪਾਵਨ ਪਵਿੱਤਰ ਮੁਖਾਰਬਿੰਦ ਹੈ। ਬੜੀ ਸੋਭਾ ਛਾ ਰਹੀ ਹੈ। ਦੋਹਰਾ ਆਦਿਤਵਾਰ ਸੁਦਿਨ ਮਹਾ ਉਹ ਕਵੀ ਜੀ ਕਹਿੰਦੇ ਭਾਈ ਐਤਵਾਰ ਦਾ ਦਿਨ ਸੀਗਾ ਬੜਾ ਸੁੰਦਰ ਹੀ ਥਿਤ ਇਕਾਦਸ਼ੀ ਜਾਨ ਤੇ ਇਕਾਦਸ਼ੀ ਥਿਤ ਸੀਗੀ ਸੁਦੀ ਪੱਖ ਦੀ। ਇਕਾਦਸ਼ੀ ਭਾਵ 11 ਪਰ 11 ਨਹੀਂ ਸੀ ਸਾਧ ਸੰਗਤ ਜੀ, ਕਵੀ ਨੂੰ ਇੱਥੇ ਭੁਲੇਖਾ ਲੱਗਿਆ ਹੈ। ਇਹ ਇੱਕ ਥਿਤ ਸੀਗੀ ਸੁਦੀ ਪੱਖ ਦੀ। ਸੁਦੀ ਪੱਖ ਦੀ ਪਹਿਲੀ ਥਿਤ ਸੀ ਹਾੜ ਸੁਦੀ ਪਹਿਲੀ 1652 ਬਿਕਰਮੀ ਸੰਮਤ 21 ਹਾੜ ਐਤਵਾਰ ਦਾ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਜਦ ਅਵਤਾਰ ਧਾਰਿਆ ਹੈ। ਸੁਕਲ ਪੱਖ ਆਖਾੜ ਕੋ ਤੇ ਹਾੜ ਦੇ ਮਹੀਨੇ ਦਾ ਸ਼ੁਕਲ ਪੱਖ ਸੀ ਭਾਵ ਜਿਹਨੂੰ ਸੁਦੀ ਪੱਖ ਕਹਿੰਦੇ ਆ। ਮੱਸਿਆ ਤੋਂ ਬਾਅਦ ਚੰਦਰਮਾ ਜਦੋਂ ਵੱਧਦਾ ਨਾ ਖਾਲਸਾ ਜੀ ਉਹਨੂੰ ਸੁਦੀ ਪੱਖ ਆਖਿਆ ਜਾਂਦਾ ਹੈ। ਸੁਦੀ ਪੱਖ ਹੈ ਸੀ ਏਕਮ ਪ੍ਰਗਟੇ ਗੁਰੂ ਮਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਸਾਰ ਦੇ ਮਹਾਨ ਬਲ ਵਾਲੇ ਬੜੀ ਸ਼ੂਰਬੀਰ ਯੋਧੇ ਪੈਦਾ ਹੋਏ ਅਵਤਾਰ ਧਾਰਿਆ ਹੈ। ਸਵਈਆ ਚਾਰੂ ਪ੍ਰਕਾਸ਼ ਆਵਾਸ ਪਇਓ ਤੇ ਸਾਰੇ ਘਰ ਦੇ ਵਿੱਚ ਚਾਰੇ ਪਾਸੇ ਕਵੀ ਜੀ ਕਹਿੰਦੇ ਪ੍ਰਕਾਸ਼ ਹੋਇਆ। ਜਦੋਂ ਹਜ਼ੂਰ ਨੇ ਅਵਤਾਰ ਧਾਰਿਆ ਤੇ ਸਾਰੇ ਵਿਹੜੇ ਵਿੱਚ ਚਾਨਣ ਹੋ ਗਿਆ ਹੈ। ਸਭ ਪਾਸੇ ਵਡਾਲੀ ਤੀਕਰ ਚਾਨਣ ਛਾ ਰਿਹਾ ਹੈ। ਵੇਖ ਧਾਇਨ ਬੇਬਾਸ ਹਵੈ ਬਲਿਹਾਰੂ ਤੋ ਜਿਹੜੀਆਂ ਦਾਈਆਂ ਵੇਖ ਵੇਖ ਕੇ ਇਹ ਬੱਚੇ ਦਾ ਮੁਖ ਤੇ ਬੜੇ ਬਲਿਹਾਰੇ ਜਾ ਰਹੇ ਮਨ ਜਿਹੜਾ ਨਾ ਹੱਥੋਂ ਨਿਕਲ ਰਿਹਾ ਦਾਈਆਂ ਦਾ ਮੱਲੋ ਮੱਲੀ ਇਸ ਬਾਲਕ ਤੋਂ ਬਲਿਹਾਰੇ ਜਾ ਰਹੀਆਂ ਹਨ। ਹਾਰੂ ਉਦਿਓ ਮਾਨ ਕੋ ਜਨ ਚੰਦ ਤੋ ਇਉਂ ਮਾਨੋ ਵੀ ਜਿਹੜਾ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ ਇਹ ਬਾਲਕ ਨਹੀਂ ਜਨਮਿਆ ਜਿਵੇਂ ਚੰਦ ਜਨਮਿਆ ਹੋਵੇ। ਸ਼੍ਰੇਸ਼ਟ ਚੰਦ ਵਰਗਾ ਮੁਖ ਹੈ। ਬਿਲੰਦ ਸਰੂਪ ਸ਼ੁਭੈ ਸਮ ਮਾਰੂ ਤੋ ਇਸ ਤਰ੍ਹਾਂ ਸ਼੍ਰੇਸ਼ਟ ਜਿਸ ਬੱਚੇ ਦਾ ਸਰੂਪ ਹੈ ਬਹੁਤ ਸੁੰਦਰ ਸਰੂਪ ਹੈ। ਵੇਖ ਵੇਖ ਕੇ ਸਭ ਬਲਿਹਾਰ ਜਾਂਦੇ ਐ। ਮਾਨੋ ਮਨ ਨੂੰ ਮੋਹਣ ਵਾਲੇ ਦਾ ਰੂਪ ਹੋਵੇ ਜਿਹੜਾ ਵੇਖਦਾ ਉਹ ਇਹਦੇ ਮੁਖ ਵੱਲ ਵੇਖਦਾ ਹੀ ਰਹਿ ਜਾਂਦਾ ਹੈ। ਮਾਰੂ ਰੇ ਪੂਨ ਕੋ ਸੇਵਕ ਤਾਰਕ ਤੋ ਜਾਣ ਗਏ ਅੱਜ ਅਵਤਾਰ ਹੋਇਆ ਹੈ ਜਿਹੜਾ ਚੰਦ ਵਰਗਾ ਜਿਸ ਦਾ ਮੁਖ ਹੈ। ਮਨਾਂ ਨੂੰ ਮੋਹਣ ਵਾਲੇ ਹਜ਼ੂਰ ਨੇ ਅਵਤਾਰ ਧਾਰਿਆ ਹੈ। ਦੁਸ਼ਮਣਾਂ ਦੇ ਖਪਾਉਣ ਵਾਲੇ ਹੈ ਤੇ ਸੇਵਕਾਂ ਨੂੰ ਤਾਰ ਦੇਣ ਵਾਲੇ ਹੈ ਜਿਨ੍ਹਾਂ ਨੇ ਅੱਜ ਅਵਤਾਰ ਧਾਰਿਆ ਹੈ। ਮੋਹਣੀ ਮੂਰਤ ਬੁੱਧ ਉਦਾਰੂ ਤੇ ਮੋਹਣੀ ਮੂਰਤ ਹੈ ਜਿਨ੍ਹਾਂ ਦੀ ਮਨ ਨੂੰ ਮੋਹਣ ਵਾਲੀ ਮੂਰਤ ਹੈ। ਬੁੱਧੀ ਦੇ ਉਦਾਰੂ ਹਨ ਬੜੀ ਵਿਸ਼ਾਲ ਬੁੱਧ ਦੇ ਇਹ ਬੱਚੇ ਮਾਲਕ ਹਨ ਬਾਲਕ। ਦਾਰੂ ਸੁਦੋਸ਼ ਹੁਤਾਸਨ ਪਾਬਲ ਤੋ ਦਾਰੂ ਇੱਥੇ ਲੱਕੜ ਦਾ ਜਿਹੜਾ ਵਾਚਕ ਹੈ ਸਹਿਤ ਦੋਸ਼ਾਂ ਦੇ ਔਗਣਾ ਰੂਪੀ ਲੱਕੜ ਨੂੰ ਸਾੜਨ ਵਾਸਤੇ ਇਹ ਦਾਵਾ ਅਗਣ ਵਰਗੇ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਦੇ ਸਿੱਖਾਂ ਸੇਵਕਾਂ ਦੇ ਔਗਣਾਂ ਨੂੰ ਸਾੜਨ ਵਾਸਤੇ ਜਿਵੇਂ ਲੱਕੜ ਨੂੰ ਅੱਗ ਸਾੜਦੀ ਹੈ ਨਾ ਇੰਧਨ ਕੀਤੋ ਮੂੰਹ ਘਾਣਾ ਭੋਰੀ ਦਿੱਤੀਮ ਪਾਹੇ ਜਿਵੇਂ ਲੱਖਾਂ ਮਣ ਲੱਕੜਾਂ ਨੂੰ ਖਾਲਸਾ ਜੀ ਸਾੜਨ ਵਾਸਤੇ ਇੱਕ ਤੀਲੀ ਬਹੁਤ ਹੁੰਦੀ ਹੈ।
ਤੋ ਐਸੇ ਤਰ੍ਹਾਂ ਹਜ਼ਾਰਾਂ ਲੱਖਾਂ ਸਾਡੇ ਔਗਣਾਂ ਨੂੰ ਸਾੜਨ ਵਾਸਤੇ, ਸਿੱਖਾਂ ਸੇਵਕਾਂ ਦੇ ਪ੍ਰਾਣੀ ਮਾਤਰ ਦੇ ਔਗਣਾਂ ਨੂੰ ਨਾਸ਼ ਕਰਨ ਵਾਸਤੇ ਅਜਾਨ ਬਾਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਅਵਤਾਰ ਧਾਰਿਆ ਹੈ। ਜੇ ਜਿਨ੍ਹਾਂ ਦਾ ਦਰਸ਼ਨ ਐ ਹੈ ਜਿਵੇਂ ਲੱਕੜ ਨੂੰ ਅੱਗ ਸਾੜਦੀ ਹੈ, ਇਸ ਤਰ੍ਹਾਂ ਇਹ ਜੀਵਾਂ ਦੇ ਔਗਣਾਂ ਨੂੰ ਸਾੜਨ ਵਾਲੇ ਹਨ। ਪ੍ਰਾਕਰਮ ਜਾਬੇ ਥੋਰਾ ਦਿਸ ਚਾਰੂ। ਤੇ ਸਾਰੇ ਪਾਸੇ ਹਨੇਰਾ ਸੀ ਤੇ ਚਾਨਣ ਛਾ ਰਹੇ ਹੈ। ਮਹਾਰਾਜ ਦੇ ਅਵਤਾਰ ਸਮੇਂ ਸਭ ਪਾਸੇ ਚਾਨਣ ਹੋ ਰਿਹਾ ਹੈ। ਦੀਪਕ ਮੰਦ ਬਿਲੰਦ ਪ੍ਰਕਾਸ਼ ਤੇ। ਕਹਿੰਦੇ ਬੜੇ 8 ਦੀਵੇ ਜਗ ਰਹੇ ਸੀ ਉਸ ਕਮਰੇ ਵਿੱਚ ਜਿੱਥੇ ਮਾਤਾ ਗੰਗਾ ਜੀ ਦੇ ਕੁੱਖੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਵਤਾਰ ਧਾਰ ਰਹੇ ਹੈ। ਮਹਾਰਾਜ ਦੇ ਅਵਤਾਰ ਸਮੇਂ ਇੰਨਾ ਪ੍ਰਕਾਸ਼ ਹਜ਼ੂਰ ਦੇ ਚਿਹਰੇ ਦਾ, ਜਿਹੜੇ 8 ਦੀਵੇ ਜਗ ਰਹੇ ਖਾਲਸਾ ਜੀ, ਇਹਨਾਂ ਦੀ ਲੋ ਮੱਧਮ ਪੈ ਰਹੀ ਹੈ, ਉਹਨਾਂ ਦਾ ਪ੍ਰਕਾਸ਼ ਘਟ ਰਿਹਾ ਹੈ। ਤਾਏ ਪਈ ਬੇਸੋ ਮੇਹਰ ਖਾਵਤ। ਤੇ ਦਾਈਆਂ ਵੇਖ ਵੇਖ ਹੈਰਾਨ ਹੁੰਦੀਆਂ, ਕਿਉਂਕਿ ਇਹੋ ਜਿਹਾ ਬਾਲ ਅੱਜ ਤੱਕ ਇਹਨਾਂ ਦੇ ਹੱਥ ਵਿੱਚ ਨਹੀਂ ਜਨਮਿਆ। ਵੇਖ ਵੇਖ ਹੈਰਾਨ ਹੁੰਦੀਆਂ, ਮੱਲੋ ਮੱਲੀ ਆਨੰਦ ਛਾ ਰਿਹਾ ਹੈ। ਬਾਲ ਅਨੇਕ ਪਏ ਮਾਮੋ ਹੱਥ। ਤੇ ਦਾਈਆਂ ਮਨ ਵਿੱਚ ਮਾਈਆਂ ਵਿਚਾਰਦੀਆਂ ਵੀ ਸਾਡੇ ਹੱਥਾਂ ਵਿੱਚ ਹੁਣ ਤੀਕਰ ਹਜ਼ਾਰਾਂ ਬੱਚੇ, ਸੌਆਂ ਸੈਂਕੜੇ ਅਨੇਕ ਬੱਚੇ ਅਸੀਂ ਸਾਡੇ ਹੱਥਾਂ ਵਿੱਚ ਜੰਮੇ ਹਨ। ਨਹੀਂ ਇਸ ਕੇ ਸਾਮ ਕੋ ਦੁੱਤ ਪਾਵਤ। ਪਰ ਐਸ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਵਰਗੀ ਸੋਭਾ ਅੱਜ ਤੱਕ ਨਹੀਂ ਅਸੀਂ ਵੇਖੀ। ਇੰਨੀ ਸੋਭਾ ਵਾਲਾ ਬੱਚਾ ਸਾਡੇ ਹੱਥਾਂ 'ਚ ਨਹੀਂ ਜੰਮਿਆ ਹੈ। ਸੁੰਦਰ ਸੂਰਤ ਸ਼ੋਭੋ ਤੇ ਪੂਰਤ। ਜਿਸ ਬਾਲ ਦੀ ਸੋਹਣੀ ਸੂਰਤ ਹੈ, ਕੋਈ ਦੁੱਖ ਨਹੀਂ ਹੈ। ਜਿਵੇਂ ਬਾਲ ਰੋਂਦੇ ਐ, ਇਹ ਰੋਏ ਨਹੀਂ ਹਨ। ਆਪ ਹੱਸਦੇ ਐ ਤੇ ਹੱਸ ਕੇ ਦੂਜਿਆਂ ਨੂੰ ਨਿਹਾਲ ਕਰ ਰਹੇ ਹਨ। ਸ਼੍ਰੀ ਮੁਖ ਮੰਦ ਮਨੋ ਮੁਸਕਾਵਤ। ਸੋਹਣੇ ਸ਼੍ਰੀ ਮੁਖ ਤੋਂ ਬਾਲ ਹਰਗੋਬਿੰਦ ਸਾਹਿਬ ਮਹਾਰਾਜ ਥੋੜਾ ਥੋੜਾ ਮੁਸਕਾ ਰਹੇ ਐ। ਦਾਈਆਂ ਚੁੱਕ ਕੇ ਵੇਖਦੀਆਂ, ਹੈਰਾਨੀ ਦੀ ਹੱਦ ਨਾ ਰਹੀ। ਸਾਡੇ ਹੱਥਾਂ ਵਿੱਚ ਬਹੁਤ ਬੱਚੇ ਪੈਦਾ ਹੋਏ, ਪਰ ਇਹੋ ਜਿਹਾ ਬਾਲ ਨਹੀਂ ਅਸੀਂ ਵੇਖਿਆ। ਇਹ ਤਾਂ ਦੂਜਿਆਂ ਦੇ ਗਮ ਦੂਰ ਕਰਨ ਵਾਲਾ ਹੈ, ਆਪ ਵੀ ਖੁਸ਼ ਚਿੱਤ ਹੈ ਤੇ ਦੂਸਰਿਆਂ ਨੂੰ ਨਿਹਾਲ ਕਰ ਰਿਹਾ ਹੈ। ਆਪ ਕੋ ਪੀਰ ਨਾ ਮਾਤ ਕੋ ਪੀਰ। ਤੇ ਆਪ ਇਸ ਬਾਲ ਨੂੰ ਕੋਈ ਪੀੜਾ, ਜਨਮ ਦੀ ਪੀੜਾ ਜਿਹੜੀ ਹੁੰਦੀ, ਬਾਲ ਰੋਂਦਾ ਜਿਸ ਕਾਰਨ, ਉਸ ਜਿਹੜੇ ਵਾ ਜਨਮ ਸਮੇਂ ਦੀ ਪੀੜਾ ਇਸ ਬੱਚੇ ਨੂੰ ਨਹੀਂ। ਇਹ ਦਾਈਆਂ ਮਨ ਵਿੱਚ ਵਿਚਾਰੀ, ਇਹ ਤਾਂ ਆਖੇ ਹੱਸ ਰਿਹਾ ਹੈ, ਕੋਈ ਪੀੜਾ ਨਹੀਂ। ਆਪ ਨੂੰ ਦੁੱਖ ਨਹੀਂ ਹੈ ਜਨਮ ਸਮੇਂ, ਤੇ ਨਾ ਇਸ ਬਾਲ ਨੇ ਮਾਤਾ ਨੂੰ, ਮਾਤਾ ਗੰਗਾ ਜੀ ਨੂੰ ਜਨਮ ਦਿੱਤਾ ਹੈ ਅਵਤਾਰ ਧਾਰਨ ਸਮੇਂ। ਨਾ ਮਾਤਾ ਗੰਗਾ ਜੀ ਨੂੰ ਕੋਈ ਦੁੱਖ ਹੈ, ਨਾ ਇਸ ਬਾਲ ਨੂੰ ਕੋਈ ਪੀੜਾ ਦੁੱਖ ਹੈ। ਸਤੀਰ ਪ੍ਰਸੰਨਤਾ ਪੂਰ ਪਾਵਤ। ਪੈਦਾ ਕਰ ਰਿਹਾ ਹੈ ਸਭ ਪਾਸੇ ਪ੍ਰਸੰਨਤਾ, ਸਹਿਤ ਧੀਰਜ ਦੇ ਇਹ ਸੁੰਦਰ ਬਾਲਕ ਪੈਦਾ ਹੋਇਆ ਹੈ। ਕਬਿਤ ਬਿਜਰੀ ਪ੍ਰਕਾਸ਼ ਜਿਮ ਤੇਜ ਕੋ ਜਾਸ ਤਿਮ। ਜਿਵੇਂ ਬਿਜਲੀ ਸਾਧ ਸੰਗਤ ਦੀ ਗੜਕਦੀ ਹੈ ਨਾ ਬੱਦਲਾਂ ਵਿੱਚ, ਤੇ ਰਾਤ ਦੇ ਹਨੇਰੇ ਵਿੱਚ ਐਨ ਚਿੱਟਾ ਦਿਨ ਚੜ ਜਾਂਦਾ ਹੈ। ਲੋਚਨੋ ਕੋ ਪਾਸੈ ਤਾਪ ਗੰਗ ਕੋ ਸੁਨਾਇਓ ਹੈ। ਤੋ ਇਸ ਤਰ੍ਹਾਂ ਇਹ ਬੱਚਾ ਜਿਹੜਾ ਹੈ ਨਾ, ਜਦੋਂ ਹੱਸਦਾ ਹੈ ਨਾ ਬਾਲ, ਤੇ ਮਾਨੋ ਜਿਵੇਂ ਬਿਜਲੀ ਲਿਸ਼ਕੀ ਤੇ ਰਾਤ ਬੱਦਲ ਨਾਲ ਭਰੀ ਹੋਈ ਜਿਹੜੀ ਰਾਤ, ਕਾਲੀ ਬੁਲੀ ਰਾਤ ਵਿੱਚ ਬਿਜਲੀ ਲਿਸ਼ਕਦੀ ਹੈ ਤੇ ਚਾਨਣ ਚੜ ਜਾਂਦਾ, ਦਿਨ ਚੜ ਜਾਂਦਾ। ਜਦੋਂ ਬਾਲ ਹਰਗੋਬਿੰਦ ਸਾਹਿਬ ਮਹਾਰਾਜ ਮੁਸਕਰਾਉਂਦੇ ਆ ਨਾ, ਬਾਲ ਅਵਸਥਾ ਵਿੱਚ ਜਨਮ ਸਮੇਂ ਹੀ ਹੱਸਦੇ ਆ, ਤੇ ਮਾਨੋ ਜਿਵੇਂ ਬੱਦਲਾਂ ਵਿੱਚ ਬਿਜਲੀ ਲਿਸ਼ਕੀ ਤੇ ਦਿਨ ਚੜਦਾ। ਇੰਨੀ ਸੋਭਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਿਹਰੇ ਦੀ ਛਾ ਰਹੀ ਹੈ। ਦਾਈਆਂ ਨੇ ਮਾਤਾ ਗੰਗਾ ਜੀ ਨੂੰ ਸੁਣਾਉਣਾ ਕੀਤਾ, ਵਧਾਈ ਦਿੱਤੀ ਹੈ। ਜਨਮਿਓ ਸਪੂਤ ਸੁਣ ਤਾਇਨ ਤੇ ਪੂਤ ਮਨਾ। ਆਖਿਆ, ਹੇ ਮਾਤਾ ਗੰਗਾ ਜੀ, ਆਪ ਵਧਾਈ ਕੇ ਪਾਤਰ ਹੋ। ਸੱਚੇ ਪਾਤਸ਼ਾਹ ਪਰਮੇਸ਼ਰ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਪੂਰਾ ਕੀਤਾ, ਸਾਹਿਬਜ਼ਾਦੇ ਨੇ ਅਵਤਾਰ ਧਾਰਿਆ ਹੈ। ਮਾਤਾ ਗੰਗਾ ਜੀ ਸੁਣ ਕੇ ਪ੍ਰਸੰਨ ਹੋਏ ਹੈ, ਤੇ ਪਵਿੱਤਰ ਮਨ ਵਾਲੇ, ਕਹਿ ਰਹੇ ਕਵੀ ਜੀ, ਇਹ ਪਵਿੱਤਰ ਮਨ ਵਾਲੇ ਮਾਤਾ ਗੰਗਾ ਜੀ ਖੁਸ਼ ਹੋਏ ਹੈ ਇਹ ਸੁਣ ਕਰਕੇ। ਕਾਲ ਮਖ ਤੂਤ ਕੇ ਹਿਰਦਾ ਸੁਹਰ ਖਾਇਓ ਹੈ। ਹਾਂ, ਜਿਹਨਾਂ ਮਾਤਾ ਜੀ ਦੇ ਹਿਰਦੇ ਵਿੱਚ ਕੋਈ ਪਾਪ ਨਹੀਂ ਹੈ, ਇਹੋ ਜੀ ਮਾਤਾ ਦਾ ਹਿਰਦਾ ਵੀ ਖੁਸ਼ ਹੋ ਰਿਹਾ ਹੈ। ਮਾਤਾ ਜੀ ਪ੍ਰਸੰਨ ਹੋਏ ਸੁਣ ਕਰਕੇ। ਬ੍ਰਿੰਦ ਤਾਪ ਤਾਪ ਤੇ ਸੋ ਪ੍ਰੇਮ ਕੇ ਪ੍ਰਤਾਪ ਤੇ। ਤੋ ਸਾਰੇ ਤੀਨੇ ਤਾਪਾਂ ਦੇ ਜਿਹੜਾ ਤਾਪ ਹੁੰਦਾ ਹੈ, ਦੁੱਖ ਹੁੰਦਾ ਹੈ, ਤੇ ਪ੍ਰੇਮ ਦੇ ਪ੍ਰਤਾਪ ਦੇ ਕਰਕੇ। ਸਦੀਵ ਨਾਮ ਜਾਪਤੇ ਮਨੋ ਸੋ ਪ੍ਰਭੂ ਪਾਇਓ ਹੈ। ਜਿਹੜੇ ਸਦਾ ਨਾਮ ਜਪਣ ਵਾਲੇ ਹੈ, ਜਾਂ ਕਹੋ ਜਿਨਨੇ ਤਿੰਨਾਂ ਤਾਪਾਂ ਤੋਂ ਜਿਹੜਾ ਛੁਟਕਾਰਾ ਪਾ ਲਿਆ ਹੋਵੇ। ਪ੍ਰੇਮ ਨਾਲ ਨਾਮ ਜਪਣ ਵਾਲਿਆਂ ਨੇ
ਪਰਮੇਸ਼ਰ ਨੂੰ ਪਾਇਆ ਹੋਵੇ। ਜਿੰਨਾ ਉਹਨਾਂ ਨੂੰ ਆਨੰਦ ਹੁੰਦਾ ਹੈ, ਉਹਨਾਂ ਧੰਨ ਮਾਤਾ ਗੰਗਾ ਜੀ ਨੂੰ ਪੁੱਤਰ ਦੀ ਖਬਰ ਸੁਣ ਕੇ ਆਨੰਦ ਹੋ ਰਹੇ ਆ। ਜਿਵੇਂ ਕਿਸੇ ਭਗਤ ਨੂੰ ਪਰਮੇਸ਼ਰ ਮਿਲ ਜਾਵੇ, ਮਾਤਾ ਗੰਗਾ ਜੀ ਦੇ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਰੰਕ ਨਿਤੁ ਐਨ ਤੇ ਕਲਪ ਤਾਰ ਲੈਨ ਤੇ ਜਿਉ। ਤੋ ਜਿਵੇਂ ਕੋਈ ਜਨਮਾਂਦਰਾਂ ਤੋਂ ਸ਼ੁਰੂ ਤੋਂ ਹੀ ਕੋਈ ਕੰਗਾਲ ਹੋਵੇ, ਘਰ ਵਿੱਚ ਕੋਈ ਟਕਾ ਨਾ ਹੋਵੇ, ਜਿਹਦੇ ਸ਼ੁਰੂ ਤੋਂ ਇੱਕ ਕੰਗਾਲ ਹੋਵੇ ਤੇ ਕੰਗਾਲ ਦੇ ਘਰ ਵਿੱਚ ਕਲਪਤਰ ਰੁੱਖ ਪੈਦਾ ਹੋ ਜਾਵੇ, ਜਿਹੜਾ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ। ਕੌਣ ਪਾਉਣਾ ਬੈਨ ਤੇ ਜਿਤਿਕ ਮੋਦ ਛਾਇਓ ਹੈ। ਕਿੰਨਾ ਕੁ ਸਾਧ ਸੰਗਤ ਜੀ ਮਾਨੋ ਚਲੋ ਸਿੱਧੇ ਅਰਥਾਂ ਵਿੱਚ ਵੀ ਇੱਕ ਕੰਗਾਲ ਨੂੰ ਕੋਈ ਖਜ਼ਾਨਾ ਮਿਲ ਜਾਵੇ, ਕਿੰਨਾ ਖੁਸ਼ ਹੋਵੇਗਾ। ਕਹਿੰਦੇ ਇੰਨਾ ਮਾਤਾ ਗੰਗਾ ਜੀ ਨੂੰ ਖੁਸ਼ੀ ਹੋ ਰਹੀ ਹੈ ਸਾਹਿਬਜ਼ਾਦੇ ਦੇ ਅਵਤਾਰ ਸੁਣ ਕਰਕੇ। ਚਾਹੇ ਚਿਰ ਕਾਲ ਕੀ ਸੋ ਕਾਮਨਾ ਵਿਸਾਲ ਕੀ। ਬੜੇ ਸਾਲਾਂ ਦੀ ਇੱਛਾ ਸੀਗੀ ਸਾਹਿਬਜ਼ਾਦਾ ਘਰ ਵਿੱਚ ਹੋਣ ਦੀ, ਅੱਜ ਪਰਮੇਸ਼ਰ ਨੇ ਪੂਰੀ ਕੀਤੀ ਹੈ। ਅੱਜ ਮਨ ਦੀ ਰੀਝ ਪੁੱਗ ਗਈ ਮਾਤਾ ਜੀ ਦੇ। ਸ਼ਰੀਕਣ ਕੇ ਸਾਲ ਕੀ ਬਿਨਾਸੀ ਚਿੰਤ ਮਨ ਕੀ। ਤੇ ਜਿਹੜੇ ਸ਼ਰੀਕਾਂ ਵੱਲੋਂ ਮਿਹਣੇ ਸੀ ਨਾ ਵੀ ਇਹਨਾਂ ਔਂਤਰਿਆਂ ਦੇ ਕਿਹੜਾ ਕੋਈ ਹੈ, ਇਹ ਕਹਿੰਦੇ ਸੀ ਪ੍ਰਿਥੀ ਚੰਦ ਤੇ ਬੀਬੀ ਕਰਮੋ ਵਰਗੇ, ਇਹ ਸਭ ਕੁਝ ਸਾਨੂੰ ਮਿਲ ਜਾਣ ਵਾਲਾ ਹੈ। ਉਹਨਾਂ ਦੇ ਜਿਹੜੇ ਮਿਹਣੇ ਸੀਗੇ, ਅੱਜ ਉਹਨਾਂ ਦਾ ਨੱਕ ਮੁੜਿਆ ਹੈ। ਇਧਰ ਸਤਿਗੁਰਾਂ ਦੇ ਅਵਤਾਰ ਧਾਰਨ ਤੇ ਮਾਤਾ ਗੰਗਾ ਜੀ ਉਸ ਪਾਸੋਂ ਵੀ ਨਿਸ਼ਚਿੰਤ ਹੋ ਰਹੇ ਹੈ। ਉਹ ਸ਼ਰੀਕਾਂ ਦੇ ਕਹਿਣ ਵਾਲੀ ਜਿਹੜੀ ਗੱਲ ਹੈ ਉਹ ਵੀ ਅੱਜ ਨਾਸ਼ ਹੋ ਗਈ ਹੈ। ਕਮਲ ਸਮਾਨ ਪੀ ਪ੍ਰਫੁੱਲਿਤ ਮਹਾਨ ਤਾਬ। ਤੇ ਮਾਤਾ ਜੀ ਦੇ ਮਨ ਦੀ ਚਿੰਤਾ ਦੂਰ ਹੋ ਗਈ ਹੈ। ਕਮਲ ਦੇ ਸਮਾਨ ਪ੍ਰਫੁੱਲਤ ਹੋ ਰਹੇ ਹਨ ਮਾਤਾ ਜੀ। ਬਾਨੀ ਸੁਖ ਦਾਨੀ ਸੁਣ ਜੈਸੇ ਮੋਰ ਕਾਨ ਕੀ। ਤੋ ਸਤਿਗੁਰਾਂ ਦੀ ਇਹ ਜਿਹੜੇ ਬਚਨ ਹੈ, ਜਦੋਂ ਹੱਸਦੇ ਆ ਥੋੜਾ ਥੋੜਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਵਤਾਰ ਸਮੇਂ ਥੋੜਾ ਥੋੜਾ ਮੁਸਕਰਾਉਂਦੇ ਹੈ। ਤੋ ਜਿਹੜੀ ਥੋੜੀ ਬਹੁਤ ਹੱਸਣ ਦੀ ਜਾਂ ਬੱਚੇ ਦੀ ਕਿਰਿਆ ਦੀ ਜਿਹੜੀ ਆਵਾਜ਼ ਹੁੰਦੀ ਹੈ, ਉਹ ਸੁਣ ਕੇ ਮਾਤਾ ਗੰਗਾ ਜੀ ਨੂੰ ਬਹੁਤ ਸਕੂਨ ਮਿਲ ਰਿਹਾ ਹੈ। ਇਉਂ ਮਾਨੋ ਵੀ ਜਿਵੇਂ ਜਦੋਂ ਗੱਜਦਾ ਨਾ ਬੱਦਲ ਤੇ ਮੋਰ ਪਹਿਲਾਂ ਪਾਉਂਦਾ ਹੈ, ਮੋਰ ਨੂੰ ਆਨੰਦ ਆਉਂਦਾ ਹੈ, ਇੰਨਾ ਆਨੰਦ ਅੱਜ ਧੰਨ ਮਾਤਾ ਗੰਗਾ ਜੀ ਨੂੰ ਹੋ ਰਿਹਾ ਹੈ। ਜਬਰ ਜਰਾਵ ਪੀਨ ਤਾਏ ਕੈਸੋ ਹੱਥ ਦੀਨ। ਤੇ ਧੰਨ ਮਾਤਾ ਗੰਗਾ ਜੀ ਦੇ ਗਲ ਵਿੱਚ ਬਹੁਤ ਭਾਰੀ ਸੋਨੇ ਦਾ ਤੇ ਹੀਰਿਆਂ ਜਵਾਹਰਾਂ ਦੇ ਨਾਲ ਗੱਚ ਹੋਇਆ ਹਾਰ ਪਾਇਆ ਹੋਇਆ। ਮਾਤਾ ਜੀ ਆਪਣੇ ਗਲੇ ਦਾ ਹਾਰ ਲਾ ਕਰਕੇ ਆਪਦੇ ਹੱਥ ਵਿੱਚ ਲੈ ਲਿਆ ਹੈ। ਇਸ ਤਰ੍ਹਾਂ ਹੱਥ ਵਿੱਚ ਪਕੜਿਆ ਹਾਰ ਤੇ ਉਹ ਜਿਹੜਾ ਲਿਸ਼ਕਾਂ ਮਾਰਦਾ ਹੈ, ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਵਾਜ ਦੇ ਅਵਤਾਰ ਧਾਰਨ ਦੀ ਖੁਸ਼ੀ ਵਿੱਚ। ਆਨੰਦ ਉਦਦ ਮੀਨ ਰੀਤ ਸਖੀ ਜਾਨ ਕੀ। ਤੇ ਮਾਤਾ ਗੰਗਾ ਜੀ ਦੇ ਮਨ ਵਿੱਚ ਇੰਨਾ ਚਾਅ ਹੈ ਜਿਵੇਂ ਮੱਛੀ ਨੂੰ, ਪਿਆਸੀ ਨੂੰ ਪਾਣੀ ਮਿਲੇ। ਪਾਣੀ ਮਿਲਣ ਤੇ ਮੱਛੀ ਖੁਸ਼ ਹੁੰਦੀ ਹੈ। ਸਮੁੰਦਰ ਵਿੱਚ ਮੱਛੀ ਵਾਂਗੂ ਦਾਸੀ ਦਾਸਾਂ ਦੀ ਰੀਤ ਹੋ ਰਹੀ ਹੈ। ਚੀਰਨ ਕੋ ਦੇ ਤੋ ਹੈ ਦਰਬ ਕੋਈ ਲੈ ਤੋ ਹੈ। ਤੇ ਹੱਥ ਵਿੱਚ ਫੜਿਆ ਹੋਇਆ ਹਾਰ ਮਾਤਾ ਜੀ ਨੂੰ ਦਾਸੀਆਂ ਨੂੰ ਦੇ ਦਿੱਤਾ ਹੈ। ਇਸ ਤੋਂ ਬਾਅਦ ਸਤ ਸੰਗਤ ਜੀ ਫਿਰ ਜਿਵੇਂ ਉਹ ਸਮਾਂ ਬਣਿਆ, ਦਿਨ ਚੜ੍ਹਦਾ ਜਾਂਦਾ ਹੈ, ਜੋ ਵੀ ਲੈਣ ਵਾਸਤੇ ਕੋਈ ਆਉਂਦਾ, ਪਤਾ ਚੱਲਿਆ 4 ਚਫੇਰੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਧੰਨ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਿਆਂ ਅਵਤਾਰ ਧਾਰਿਆ ਹੈ। ਸਭ ਪਾਸਿਓਂ ਇੱਛਾ ਰੱਖ ਕੇ ਖਾਲਸਾ ਜੀ ਮੰਗਣ ਵਾਸਤੇ ਵਧਾਈਆਂ ਲੈਣ ਆ ਰਹੇ ਹੈ। ਜਿਹੜਾ ਆਉਂਦਾ ਹੈ, ਕਿਸੇ ਨੂੰ ਖੁੱਲਾ ਜਿਹੜਾ ਵਾ ਉਹ ਕੱਪੜਾ ਵਰਤਾਇਆ ਜਾ ਰਿਹਾ ਹੈ, ਕਿਸੇ ਨੂੰ ਧਨ ਵਰਤਾਇਆ ਜਾ ਰਿਹਾ ਹੈ। ਸੋ ਦਾਸੀ ਦੌਰ ਦੌਰ ਕਰ ਕਹਿ ਜਿਉ ਬਚਨ ਕੀ। ਜਿਵੇਂ ਮਾਤਾ ਗੰਗਾ ਜੀ ਬਰਾਜੇ ਹੋਏ ਕਹੀ ਜਾਂਦੇ ਵੀ ਆਹ ਭਾਈ ਵਸਤੂ ਦੇ ਦਿਓ, ਆਹ ਵਸਤੂ ਦੇ ਦਿਓ। ਜਿਵੇਂ ਜਿਵੇਂ ਕੋਈ ਮੰਗਦਾ ਮਾਤਾ ਜੀ ਹੁਕਮ ਕਰ ਰਹੇ ਹੈ, ਦਾਸੀਆਂ ਸੇਵਕ ਉਹ ਸਭ ਕੁਝ ਵਰਤਾਈ ਜਾ ਰਹੇ ਹਨ। ਦੋਹਰਾ ਅਧਿਕ ਮਹਿਦ ਉਤਸ਼ਾਹ ਕੋ। ਤੋ ਕਵੀ ਜੀ ਕਹਿੰਦੇ ਧੰਨ ਮਾਤਾ ਗੰਗਾ ਜੀ ਦੇ ਹਿਰਦੇ ਵਿੱਚ ਬਹੁਤ ਭਾਈ ਉਤਸ਼ਾਹ ਹੋ ਰਿਹਾ ਹੈ। ਗੰਗਾ ਕੀਨ ਆਨੰਦ। ਧੰਨ ਮਾਤਾ ਗੰਗਾ ਜੀ ਬੜਾ ਆਨੰਦ ਕਰ ਰਹੇ ਹਨ। ਕਰ ਅੰਤਰ ਸਭ ਇਸੀ ਵਿਧ। ਕੱਲੇ ਮਾਤਾ ਗੰਗਾ ਜੀ ਨਹੀਂ, ਸਾਰੇ ਘਰ ਵਿੱਚ ਹੀ ਇਸੇ ਤਰ੍ਹਾਂ ਬੜੀ ਖੁਸ਼ੀ ਹੋ ਰਹੀ ਹੈ। ਬਖਸ਼ੀ ਬਖਸ਼ ਬਿਲੰਦ। ਇਹ ਬਖਸ਼ੀ ਹੈ ਅਕਾਲ ਪੁਰਖ ਪਰਮੇਸ਼ਰ ਨੇ। ਸਦਨ ਵਿਖੈ ਮੇਵਿਓ ਨਹੀਂ। ਤੋ ਇਹ ਖੁਸ਼ੀ ਜਿਹੜੀ ਨਾ ਸਾਹਿਬਜ਼ਾਦਾ ਦੇ ਅਵਤਾਰ ਧਾਰਨ ਦੀ, ਇਹ ਵਡਾਲੀ ਜਿਹੜਾ ਮਹਾਰਾਜ ਦਾ ਘਰ ਹੈ ਉੱਥੇ ਸਮਾਈ ਨਹੀਂ ਜਾ ਰਹੀ।
ਘਰ ਖੁਸ਼ੀ ਨਾਲ ਭਰ ਭਰ ਜਾ ਰਿਹਾ ਹੈ ਪੂਰਨ ਹਵੈ ਤਤਕਾਲ। ਤੇ ਮਾਨੋ ਘਰ ਖੁਸ਼ੀ ਦੇ ਨਾਲ ਬੜੀ ਛੇਤੀ ਨਾਲ ਭਰ ਭਰ ਕੇ ਡੁੱਲਦਾ ਹੈ। ਨਿਕਸਿਓ ਬਾਹਰ ਉਛਰ ਕਰ। ਤੇ ਜਿਵੇਂ ਭਰਿਆ ਭਾਂਡਾ ਉਛਲ ਕੇ ਖਾਲਸਾ ਜੀ ਬਾਹਰ ਡੁੱਲਦਾ ਨਾ ਪਾਣੀ, ਇਸ ਤਰ੍ਹਾਂ ਮਾਤਾ ਗੰਗਾ ਜੀ ਦੇ ਘਰ ਵਿੱਚ ਖੁਸ਼ੀ ਸਮਾਈ ਨਹੀਂ ਰਹੀ, ਡੁੱਲ ਡੁੱਲ ਕੇ ਬਾਹਰ ਭਾਵ ਵਡਾਲੀ ਸਾਰੇ ਪਿੰਡ ਵਿੱਚ ਗੱਲਾਂ ਫੈਲਣ ਲੱਗੀਆਂ, ਸਭ ਪਾਸੇ ਪਤਾ ਲੱਗ ਰਿਹਾ ਹੈ। ਉਤ ਸਭ ਸੁਖਦ ਵਿਸਾਲ। ਤੇ ਸੁਖ ਦੇਣ ਵਾਲਾ ਭਾਈ ਉਸਤਤ ਆਇਆ ਹੈ। ਬਹੁਤ ਸਮੇਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਅਵਤਾਰ ਧਾਰਨਾ ਕੀਤਾ ਹੈ। ਤੋ ਇਹ ਖਾਲਸਾ ਜੀ ਵਡਾਲੀ ਨਗਰ ਦੇ ਐਨ ਵਿਚਕਾਰ ਪਾਵਨ ਪਵਿੱਤਰ ਭੋਰਾ ਸਾਹਿਬ ਦਾ ਸਥਾਨ ਹੈ, ਉੱਥੇ ਉਵੇਂ ਸਥਾਨ ਬਣਿਆ ਹੋਇਆ, ਆਪ ਜਾਓ ਤੇ ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜਾਨ ਬਾਹੋ ਬੰਦੀ ਛੋੜ ਦਾਤਿਆਂ ਅਵਤਾਰ ਧਾਰਿਆ ਹੈ 21 ਹਾੜ ਨੂੰ 1652 ਬਿਕਰਮੀ ਸੰਮਤ ਦਿਨ ਐਤਵਾਰ ਦਾ। ਤੋ ਇਹ ਸੱਚੇ ਪਾਤਸ਼ਾਹ ਮਹਾਰਾਜ ਦੇ ਅਵਤਾਰ ਧਾਰਨ ਦਾ ਪ੍ਰਸੰਗ ਆਪਾਂ ਸੁਣਿਆ। ਅੱਗੇ ਜਿਵੇਂ ਕਵੀ ਜੀ ਕਹਿ ਰਹੇ ਆ ਕਿ ਭਾਈ ਜਿਵੇਂ ਘੜਾ ਉਛਲਦਾ ਹੈ ਨਾ ਪਾਣੀ ਭਰੇ ਤੇ, ਇਸ ਤਰ੍ਹਾਂ ਉਛਾਲੇ ਖਾ ਰਿਹਾ ਹੈ, ਚਾਹ ਸਭ ਪਾਸੇ ਫੈਲ ਰਿਹਾ ਹੈ। ਦੋਹਰਾ ਇਕ ਦਾਸੀ ਦੌੜਤ ਗਈ। ਇਸ ਤਰ੍ਹਾਂ ਜਦੋਂ ਮਹਾਰਾਜ ਨੇ ਅਵਤਾਰ ਧਾਰਿਆ, ਇੱਕ ਦਾਸੀ ਦੌੜੀ ਹੋਈ ਹੈ, ਜਿਹੜੀ ਦਾਸੀ ਹੈ ਇਹਨਾਂ ਚੋਂ ਇੱਕ, ਉਹ ਦੌੜੀ ਹੋਈ ਪਹੁੰਚੀ ਹੈ। ਗੁਰੂ ਅਰਜਨ ਜਿਸ ਥਾਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਸਥਾਨ ਤੇ ਬੈਠੇ ਹੋਏ ਸਨ, ਗਰੀਬ ਨਵਾਜ ਆਸਣ ਲਾ ਕੇ ਸਜੇ ਹੋਏ, ਅੱਧੀ ਰਾਤ ਤੇ ਦਾਸੀ ਦੌੜੀ ਪਹੁੰਚੀ ਹੈ। ਕਰਤ ਉਡੀਕਣ ਸੁਤ ਜਨਮ। ਤੇ ਉਡੀਕ ਰਹੇ ਸੀ ਸੱਚੇ ਪਾਤਸ਼ਾਹ ਮਹਾਰਾਜ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਵਰਦਾਨ ਪੂਰਾ ਹੋਣ ਦਾ ਅੱਜ ਸਮਾਂ ਆਇਆ ਹੈ। ਜਾਗਤ ਕਿਰਪਾ ਨਿਧਾਨ। ਤੇ ਗਰੀਬ ਨਵਾਜ ਵੀ ਅੱਧੀ ਰਾਤ ਚੌਂਕੜਾ ਲਾ ਕਰਕੇ ਤਿਆਰ ਬਰ ਤਿਆਰ ਜਾਗਰਤ ਅਵਸਥਾ ਵਿੱਚ ਸਜੇ ਹੋਏ ਹੈ। ਸਵਈਆ ਛੰਦ ਸਿਮਰੈ ਹੈ ਅਬਿਨਾਸ਼ੀ ਪੁਰਸ਼ੋਤਮ। ਤੋ ਗੁਰੂ ਅਰਜਨ ਦੇਵ ਮਹਾਰਾਜ ਸਮਾਧੀ ਲਾ ਕੇ ਸਜੇ ਹੋਏ ਹੈ, ਪਰਮੇਸ਼ਰ ਅਕਾਲ ਪੁਰਖ ਦਾ ਸਿਮਰਨ ਕਰ ਰਹੇ, ਜਿਹੜਾ ਸਾਰਿਆਂ ਪੁਰਸ਼ਾਂ ਤੋਂ ਉੱਤਮ ਹੈ। ਸੰਤਿ ਨਾਮ ਸ਼੍ਰੀ ਬਦਨ ਉਚਾਰ। ਤੇ ਮੁਖੋਂ ਸਤਨਾਮ ਵਾਹਿਗੁਰੂ 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 ਇਹ ਬਚਨ ਗਰੀਬ ਨਵਾਜ ਸਮਾਧੀ ਲਾ ਕੇ ਉਚਾਰ ਰਹੇ ਸਨ। ਸੁਠ ਪਰੇ ਅੰਗ ਪਾਰ ਪ੍ਰਭੂ ਬਿਰਾਜੈ। ਤੇ ਸੋਹਣੇ ਪਲੰਘੇ ਉੱਪਰ ਗੁਰੂ ਗਰੀਬ ਨਵਾਜ ਜੀ ਸਜ ਰਹੇ ਹਨ। ਬੈਠੇ ਏਕਲ ਬੁੱਧ ਉਦਾਰ। ਉਦਾਰ ਬੁੱਧੀ ਵਾਲੇ ਵਿਸ਼ਾਲ ਚਿੱਤ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਚੌਂਕੜਾ ਲਾ ਕੇ ਇਕੱਲੇ ਆਸਣ ਤੇ ਕਮਰੇ ਵਿੱਚ ਇੱਕ ਸਜ ਰਹੇ ਆ। ਸੁਧ ਦੀਨ ਸਦਾਸੀ ਕਹਿ ਬਾਨੀ। ਤੇ ਦਾਸੀ ਪਹੁੰਚੀ ਹਜ਼ੂਰ ਦੇ ਪਾਸ ਹੱਥ ਜੋੜ ਕਰਕੇ ਖਬਰ ਦਿੱਤੀ ਹੈ। ਸ਼੍ਰੀ ਗੁਰ ਜਨਮਿਓ ਪੁੱਤਰ ਤੁਮਾਰ। ਇਹ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਮਹਾਰਾਜ ਸਫਲਾ ਹੋਇਆ, ਤੁਹਾਡੇ ਘਰੇ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ ਹੈ। ਇਹ ਬਚਨ ਦਾਸੀ ਕਹਿ ਰਹੀ ਮਹਾਰਾਜ ਤਾਈ। ਅਤ ਆਨੰਦ ਹੋਏ ਸਦਨ ਅੰਦਰੇ। ਹਾਂ ਮਹਾਰਾਜ ਘਰ ਵਿੱਚ ਤਾਂ ਬੜੀ ਖੁਸ਼ੀ ਮਨਾਈ ਜਾ ਰਹੀ ਹੈ। ਉਤ ਸਭ ਕਰਤ ਸਰਬ ਹੀ ਨਾਰ। ਸਭ ਨਰ ਨਾਰੀਆਂ ਉਸਤਵ ਕਰ ਰਹੀਆਂ ਹਨ, ਖੁਸ਼ੀਆਂ ਮਨਾ ਰਹੀਆਂ ਹਨ। ਸੁਤ ਜਨ ਮਨ ਕੋ ਬੈਨ ਸ਼੍ਰੁਣ ਸੁਨ। ਇਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜਦੋਂ ਸਾਹਿਬਜ਼ਾਦੇ ਦੇ ਅਵਤਾਰ ਦਾ ਬਚਨ ਸੁਣਿਆ ਦਾਸੀ ਪਾਸੋਂ, ਸ਼੍ਰੀ ਆਰ ਜਾਨ ਮਾਨ ਆਨੰਦ ਉਦਾਰ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਮਨ ਵਿੱਚ ਬੜਾ ਆਨੰਦ ਉਛਾਲੇ ਮਾਰ ਰਿਹਾ ਹੈ। ਹਾਥ ਬੰਦ ਕਰ ਬੰਧਨ ਕੀਨਸ। ਤੇ ਇਹ ਸੁਣ ਕੇ ਖਬਰ ਮਹਾਰਾਜ ਨੇ ਹੱਥ ਬੰਨ ਲਏ ਤੇ ਧਰਤੀ ਤੇ ਮੱਥਾ ਲਾ ਕੇ ਬੰਦਨਾ ਕੀਤੀ ਹੈ। ਸ਼੍ਰੀ ਪਰਮੇਸ਼ਰ ਧਿਆਨ ਸੁਤਾਰ। ਤੇ ਉਸ ਅਕਾਲ ਪੁਰਖ ਪਰਮੇਸ਼ਰ ਦਾ ਧਿਆਨ ਧਾਰਨਾ ਕੀਤਾ ਹੈ। ਉਮਗਿਓ ਪ੍ਰੇਮ ਛੇਮ ਕੋ ਕਰਤਾ ਨਿਸ ਦਿਨ। ਤੇ ਜਿਹੜੇ ਛੇਮ ਕੋ ਕਰਤਾ ਮੁਕਤੀ ਦੇ ਕਰਨ ਵਾਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਾਂ ਅਕਾਲ ਪੁਰਖ ਪਰਮੇਸ਼ਰ ਜਿਹੜਾ ਮੁਕਤੀ ਦਾ ਦਾਤਾ, ਮੁਕਤੀ ਕਰਨ ਵਾਲਾ, ਜੀਵਾਂ ਨੂੰ ਮੁਕਤ ਕਰਨ ਵਾਲਾ ਹੈ, ਉਸ ਪਰਮੇਸ਼ਰ ਦੇ ਪਰਥਾਏ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਹਿਰਦੇ ਵਿੱਚ ਬਹੁਤ ਪ੍ਰੇਮ ਪੈਦਾ ਹੋਇਆ ਹੈ। ਨਿਸ ਦਿਨ ਬਸੈ ਜੋ ਹਿਰਦੈ ਅਗਾਰ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਹਿਰਦੇ ਵਿੱਚ ਐਨ ਪ੍ਰੇਮ, ਜਿਹੜਾ ਪਰਮੇਸ਼ਰ ਦਿਨ ਰਾਤ
ਗੁਰੂ ਅਰਜਨ ਦੇਵ ਮਹਾਰਾਜ ਦੇ ਹਿਰਦੇ ਵਿੱਚ ਵਸ ਰਿਹਾ ਹੈ। ਜਾਮ ਜਾਮਨੀ ਤੇ ਕੀਓ ਮੱਜਨ। ਇੱਕ ਪਹਿਰ ਰਾਤ ਖਾਲਸਾ ਜੀ ਰਹਿ ਗਈ ਸੀ, ਜਿਵੇਂ ਕੋ 3 ਵੱਜ ਜਾਂਦੇ ਅੰਮ੍ਰਿਤ ਵੇਲੇ ਦੇ। ਇੱਕ ਪਹਿਰ ਰਾਤ ਰਹਿੰਦਿਆਂ ਹਜ਼ੂਰ ਨੇ ਇਸ਼ਨਾਨ ਕੀਤਾ ਹੈ। ਬਾਹਰ ਬਿਰਾਜੇ ਆਸਣ ਡਾਰ। ਤੇ ਫਿਰ ਆਸਣ ਦੇ ਉੱਪਰ ਗਰੀਬ ਨਵਾਜ ਆਸਣ ਚਾਦਰਾ ਵਿਛਾ ਕਰਕੇ ਚੌਂਕੜਾ ਲਾ ਕੇ ਬੈਠ ਗਏ ਹੈ। ਸੁਤ ਪਰ ਥਾਏ ਸ਼ਬਦ ਸ਼ੁਭ ਕੀਨਾ। ਤੇ ਗਰੀਬ ਨਵਾਜ ਨੇ ਫਿਰ ਜਦੋਂ ਅਵਤਾਰ ਦੀ ਸੁਣ ਲਈ ਸੀ ਜਿਹੜੀ ਗੱਲ, ਤੋਂ ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਮਹਾਰਾਜ ਦੀਆਂ ਸਵਾ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕੀਤਾ, ਚੌਂਕੜਾ ਮਾਰ ਕੇ ਨੇਤਰ ਬੰਦ ਕਰ ਲਏ। ਤੇ ਸਾਹਿਬਜ਼ਾਦੇ ਦੇ ਜਿਹੜਾ ਵੈ ਆਗਮਨ ਤੇ ਮਹਾਰਾਜ ਸਤਿਗੁਰਾਂ ਬਾਣੀ ਕੇ ਬੋਹਿਤ ਗਰੀਬ ਨਵਾਜ ਇਹ ਸ਼ਬਦ ਉਚਾਰ ਰਹੇ ਹੈ। ਮਹਾਂਪੁਰਖ ਅਵਤਾਰ ਸੁਜਾਨ। ਕਿਉਂਕਿ ਜਾਣਦੇ ਆ ਗੁਰੂ ਅਰਜਨ ਦੇਵ ਮਹਾਰਾਜ ਵੀ ਅੱਜ ਜਿੰਨਾ ਅਵਤਾਰ ਧਾਰਿਆ ਕੋਈ ਸਧਾਰਨ ਪੁਰਖ ਨਹੀਂ, ਇਹ ਮਹਾਨ ਅਵਤਾਰੀ ਯੋਧਾ ਪੁਰਸ਼ ਪੈਦਾ ਹੋਏ ਆ। ਅਨੇਕ ਨਾਰਨ ਪਾਰ ਪਰ ਉਪਕਾਰੀ। ਤੇ ਅਨੇਕਾਂ ਜੀਵਾਂ ਤੇ ਇਹ ਪਰਉਪਕਾਰੀ ਹੋਣਗੇ, ਬੜਿਆਂ ਦੀ ਕਲਿਆਣ ਕਰਨਗੇ। ਦੈ ਗੋ ਦੁਸ਼ਟਨ ਦੰਡ ਮਹਾਨ। ਤੇ ਦੁਸ਼ਟਾਂ ਨੂੰ ਦੰਡ ਦੇਣ ਵਾਲੇ ਹੋਣਗੇ, ਆਪਦੇ ਸਿੱਖਾਂ ਦੀ ਕਲਿਆਣ ਕਰਨ ਵਾਲੇ ਹੋਣਗੇ, ਤੇ ਦੁਸ਼ਟਾਂ ਦਾ ਕਲਿਆਣ ਦੁਸ਼ਟਾਂ ਨੂੰ ਜਿਹੜਾ ਨਾਸ਼ ਕਰਨ ਵਾਲੇ ਹੋਣਗੇ। ਮੇਰੀ ਪੀਰੀ ਅਰ ਮੇਰੀ ਕਹਾ ਵਰਤ ਹੈ। ਤੇ ਇਹਨਾਂ ਦੇ ਵਿੱਚ ਪੀਰੀ ਤੇ ਮੀਰੀ ਦੋਵੇਂ ਵਰਤਣਗੀਆਂ। ਪਾਤਸ਼ਾਹ ਦੇ ਪਾਤਸ਼ਾਹ ਹੋਣਗੇ, ਬਾਦਸ਼ਾਹ ਦੇ ਬਾਦਸ਼ਾਹ ਹੋਣਗੇ, ਸੱਚੇ ਪਾਤਸ਼ਾਹ ਹੋਣਗੇ। ਪੀਰਾਂ ਦੇ ਪੀਰ ਮਹਾਨ ਪੀਰ ਹੋਵਣਗੇ। ਨਵੀਂ ਰੀਤ ਬਿਦਤਾਏ ਜਹਾਨ। ਤੇ ਸੰਸਾਰ ਵਿੱਚ ਨਵੀਂ ਰੀਤੀ ਪੈਦਾ ਕਰਨਗੇ। ਅੱਗੇ ਤਾਂ ਪੀਰੀ ਸੀ ਨਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ, ਤੇ ਗੁਰੂ ਅਰਜਨ ਦੇਵ ਮਹਾਰਾਜ ਜਾਣਦੇ ਆ ਇਹ ਪੀਰੀ ਦੇ ਨਾਲ ਨਾਲ ਮੀਰੀ ਦੇ ਵੀ ਪਾਤਸ਼ਾਹ ਹੋਣਗੇ, ਬਾਦਸ਼ਾਹਤ ਹਾਸਲ ਕਰਨਗੇ। ਪਹਿਰਾ ਹੈ ਸ਼ਸਤਰ ਤਖਤ ਪਰ ਬੈਠਾ। ਤੇ ਇਹ ਗੁਰਤਾ ਗੱਦੀ ਤੇ ਨਹੀਂ ਬੈਠਣਗੇ, ਭਾਵ ਜਾਂ ਗੱਦੀ ਲਾ ਕੇ ਨਹੀਂ ਬਹਿਣਗੇ, ਗੁਰਿਆਈ ਤਾਂ ਹੈ ਹੀ, ਗੱਦੀ ਲਾ ਕੇ ਨਹੀਂ ਬੈਠਣਗੇ। ਗੁਰੂ ਅਰਜਨ ਦੇਵ ਮਹਾਰਾਜ ਵਿਚਾਰ ਦੇ ਹਿਰਦੇ ਵਿੱਚ ਅੰਤਰਜਾਮੀ ਸੱਚੇ ਪਾਤਸ਼ਾਹ ਸੋਚ ਵਿਚਾਰ ਰਹੇ ਆ, ਇਹ ਸਾਡੇ ਸਾਹਿਬਜ਼ਾਦੇ ਹੁਣ ਗੱਦੀ ਤੇ ਨਹੀਂ ਬੈਠਣਗੇ, ਇਹ ਤਖਤ ਲਾਉਣਗੇ। ਮਹਾਰਾਜ ਨੇ ਫਿਰ ਅਕਾਲ ਤਖਤ ਸਿਰਜਿਆ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਤੋ ਇਹ ਤਖਤ ਲਾ ਕੇ ਬਹਿਣ ਵਾਲੇ ਹੋਣਗੇ, ਮੀਰੀ ਪੀਰੀ ਦੇ ਪਾਤਸ਼ਾਹ ਹੋਣਗੇ, ਜੀਵਾਂ ਦੀ ਕਲਿਆਣ ਕਰਨ ਵਾਲੇ, ਦੁਸ਼ਟਾਂ ਦਾ ਨਾਸ਼ ਕਰਨ ਵਾਲੇ, ਤੇ ਸ਼ਸਤਰ ਧਾਰੀ ਆ ਜਾਣ ਬਾਹੋ ਹੋਵਣਗੇ। ਬੰਸ ਬਧਾਏ ਜੁਗਨ ਲਗ ਮਾਨ। ਜੁਗਾਂ ਤੱਕ ਮੰਨੇ ਜਾਣਗੇ, ਸੋਢੀਆਂ ਦੀ ਬੰਸ ਨੂੰ ਬਹੁਤ ਵਧਾ ਦੇਣ ਵਾਲੇ। ਦੋਹਰਾ ਕੁਲ ਭੂਖਣ ਦੁਖਣ ਰਿਪੁਨਾ। ਇਹ ਸੋਢੀਆਂ ਦੀ ਵੰਸ ਦੇ ਗਹਿਣਾ ਰੂਪ ਹੋਣਗੇ। ਦੁਖਨ ਰਿਪਨ ਜਿਹੜੇ ਦੁਸ਼ਮਣ ਹੋਣਗੇ ਉਹਨਾਂ ਨੂੰ ਦੁਖਦਾਈ ਬਣ ਜਾਣਗੇ, ਦੁਸ਼ਮਣਾਂ ਨੂੰ ਨਾਸ਼ ਕਰ ਦੇਣ ਵਾਲੇ ਹੋਣਗੇ। ਭੂਖਣ ਤੇਜ ਪ੍ਰਚੰਡ। ਜਿਨ੍ਹਾਂ ਦਾ ਪ੍ਰਚੰਡ ਸੂਰਜ ਵਾਂਗੂ ਤੇਜ ਪ੍ਰਤਾਪ ਹੋਵੇਗਾ। ਸੰਸਾਰ ਵਿੱਚ ਕੋਈ ਵੀ ਯੋਧਾ ਇਹਨਾਂ ਦਾ ਪ੍ਰਤਾਪ ਨਹੀਂ ਚੱਲ ਸਕੇਗਾ, ਜਿਨ੍ਹਾਂ ਦਾ ਤੇਜ ਪ੍ਰਤਾਪ ਜਿਵੇਂ ਹਾੜ ਦੇ ਮਹੀਨੇ ਵਿੱਚ ਸੂਰਜ ਧਰਤੀ ਦੇ ਮੱਧ ਵਿੱਚ ਆ ਜਾਂਦਾ ਹੈ, ਇਸ ਤਰ੍ਹਾਂ ਇਹਨਾਂ ਦਾ ਤੇਜ ਪ੍ਰਤਾਪ ਹੋਵੇਗਾ। ਤਮ ਦੁਸ਼ਟਨ ਖੈ ਕਰਨ ਕੋ। ਜਿਵੇਂ ਸੂਰਜ ਹਨੇਰਾ ਦੂਰ ਕਰਦਾ ਹੈ, ਇਹ ਦੁਸ਼ਟਾਂ ਤੋਂ ਜਿਹੜੇ ਨਿਸ਼ਿੱਧ ਪੁਰਖ ਵੈ ਦੁਸ਼ਟਾਂ ਨੂੰ ਮਲੇਸ਼ਾਂ ਨੂੰ ਨਾਸ਼ ਕਰਨ ਵਾਲੇ ਹੋਣਗੇ। ਦੇ ਸੰਘਰ ਮਹਿ ਡੰਡ। ਤੇ ਮਲੇਸ਼ਾਂ ਨੂੰ ਜੰਗ ਦੇ ਮੈਦਾਨ ਵਿੱਚ ਭਾਰੀ ਦੰਡ ਦੇਣ ਵਾਲੇ ਹੋਵਣਗੇ। ਸੋਰਠਾ ਹਿਰਦੈ ਆਨੰਦ ਬਿਲੰਦ। ਤੋ ਹਿਰਦੇ ਵਿੱਚ ਬਹੁਤ ਆਨੰਦ ਹੋ ਰਿਹਾ ਸਤਿਗੁਰਾਂ ਦੇ। ਪ੍ਰਭ ਮੁਕੰਦ ਕੋ ਪ੍ਰੇਮ ਔਰ। ਤੇ ਹਿਰਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਥਾਏ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਹਿਰਦੇ ਵਿੱਚ ਬਹੁਤ ਆਨੰਦ ਹੋ ਰਿਹਾ ਹੈ। ਸ਼ਬਦ ਬਤਤ ਸੁਖ ਕੰਦ। ਤੇ ਸ਼ਬਦ ਮਹਾਰਾਜ ਫਿਰ ਉਚਾਰ ਰਹੇ ਹੈ, ਸੁਖਾਂ ਦੇ ਜੋ ਮੁੱਢ ਗੁਰੂ ਅਰਜਨ ਸਾਹਿਬ ਹਨ। ਆਸਾ ਰਾਗ ਸੁਗਾਏ ਗੁਰ। ਸੱਚੇ ਪਾਤਸ਼ਾਹ ਦੀਆਂ ਖਾਲਸਾ ਜੀ ਫਿਰ ਆਸਾ ਰਾਗ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਤੇ ਫਿਰ ਬਚਨ ਉਚਾਰਿਆ। ਉਹਦੀ ਜਿਹੜੀ ਵਿਚਾਰ ਹੈ ਆਪਾਂ ਕੱਲ ਦੇ ਦੀ ਬਾਣ ਵਿੱਚ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ, ਇਹ ਮਹਾਰਾਜ ਨੇ ਬਚਨ ਉਚਾਰਿਆ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਤੇ। ਇੱਕ ਬਚਨ ਮਹਾਰਾਜ ਨੇ ਜਦੋਂ ਫਿਰ ਕੁਝ ਸਮਾਂ ਰੋਕ ਕੇ ਫਿਰ ਕਈ ਥਾਈਂ
ਇਹ ਉਥਾਨਕ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਤੇ। ਮਹਾਰਾਜ ਨੇ ਸੋਠ ਰਾਗ ਦਾ ਬਚਨ ਉਚਾਰਿਆ ਸੀ, ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਪੰਨਾ, ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਇਹ ਬਚਨ ਉਚਾਰਿਆ। ਤੋ ਇਹ ਸੰਪਰਦਾਵਾਂ ਵਿੱਚ ਵਿਸ਼ੇਸ਼ ਕਰਕੇ ਇਹ ਵੀ ਬਚਨ ਮੰਨਿਆ ਜਾਂਦਾ ਮਹਾਰਾਜ ਦਾ ਉਚਾਰਿਆ, ਸਤਿਗੁਰ ਸਾਚੈ ਦੀਆ ਭੇਜ। ਤੋ ਇਹ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਅਵਤਾਰ ਦੀ ਭਾਈ ਪਾਵਨ ਪਵਿੱਤਰ ਆਪਾਂ ਕਥਾ ਸ਼ਰਵਣ ਕੀਤੀ ਹੈ। ਤੋ ਸਾਧ ਸੰਗਤ ਜੀ ਬੇਨਤੀ ਹੁੰਦੀ ਹੈ ਵੀ ਅੱਜ ਕਥਾ ਦਾ ਆਨੰਦ ਨਾ ਤਾਂ ਮੈਨੂੰ ਆਇਆ, ਤੁਹਾਨੂੰ ਸ਼ਾਇਦ ਆਇਆ ਹੋਵੇ, ਕਿਉਂਕਿ ਜਦੋਂ ਕੋਈ ਬੋਲ ਪੈਂਦਾ ਨਾ ਫਿਰ ਉਸ ਤੋਂ ਬਾਅਦ ਇਹ ਆਪੋ ਆਪਣਾ ਸਭ ਦਾ ਸੁਭਾਅ ਹੁੰਦਾ, ਕੋਈ ਕਰ ਲੈਂਦੇ ਰੌਲੇ 'ਚ ਕਥਾ ਭਾਈ, ਪਰ ਮੇਥੋਂ ਨਹੀਂ ਹੁੰਦੀ। ਜੇ ਸੂਈ ਡਿੱਗੀ ਦੀ ਆਵਾਜ਼ ਆ ਜਾਵੇ ਫਿਰ ਉਹ ਮਨ ਖਿੰਡ ਜਾਂਦਾ, ਫਿਰ ਆਨੰਦ ਨਹੀਂ ਬਣਦਾ ਗਾ, ਫਿਰ ਤਾਂ ਬਸ ਵੇਖੀਦਾ ਵੀ ਕਦੋਂ ਘੰਟਾ ਪੂਰਾ ਲੰਘੇ। ਇਸ ਕਰਕੇ ਬੇਨਤੀ ਹੁੰਦੀ ਵੀ ਜਥਾ ਥਾਂ ਮਿਲੇ ਬਸ ਚੁੱਪ-ਚਾਪ ਸੱਜ ਜਾਈਦਾ ਹੁੰਦਾ ਜਿੱਥੇ ਮਿਲੇ। ਤੋ ਇਹ ਕਥਾ ਕਈ ਵਾਰੀ ਸੂਖਮ ਵਿਚਾਰ ਹੁੰਦੇ ਕਥਾ ਦੇ, ਕਈ ਵਾਰੀ ਕਥਾ ਮਹਿੰਗੇ ਪ੍ਰਸੰਗ ਹੁੰਦੇ ਆ। ਤੋ ਇੱਕ ਵਾਰੀ ਜੇ ਬਿਰਤੀ ਉਖੜ ਜਾਵੇ ਫਿਰ ਨਹੀਂ ਸਾਧ ਸੰਗਤ ਦੀ ਉਹ ਗੱਲ ਬਣਦੀ। ਕੱਲ੍ਹ ਬਹੁਤ ਆਨੰਦ ਆਇਆ ਕਥਾ ਦਾ। ਤੋ ਅੱਜ ਆਪ ਨੂੰ ਤਾਂ ਮਹਾਰਾਜ ਸੁੱਖ ਰੱਖੇ ਆਇਆ ਹੋਵੇ, ਪਰ ਉਹ ਆਨੰਦ ਆਪ ਜਿਹਨੂੰ ਬਖਤੇ ਨੂੰ ਨਹੀਂ ਆਉਂਦਾ ਅਤੇ ਸਰੋਤੇ ਨੂੰ ਵੀ ਓਨਾ ਆਨੰਦ ਨਹੀਂ ਆਉਂਦਾ। ਨਹੀਂ ਤਾਂ ਪ੍ਰਸੰਗ ਖਾਲਸਾ ਜੀ ਮਹਾਰਾਜ ਦੇ ਅਵਤਾਰ ਦਾ ਸੀਗਾ, ਲੂ ਕੰਡੇ ਖੜੇ ਕਰ ਦੇਣ ਵਾਲਾ ਇਹ ਪ੍ਰਸੰਗ ਹੈ ਸੀ। ਤੋ ਜਿਵੇਂ ਵੀ ਚਲੋ ਮਹਾਰਾਜ ਨੇ ਸੋਝੀ ਬਖਸ਼ੀ, ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹਿ ਤੇਤੀ। ਇਸ ਲਈ ਬੇਨਤੀ ਕਰੀਦੀ ਹੈ ਵੀ ਜਿੰਨਾ ਵੀ ਕੋਈ ਤਕਰੀਬਨ ਸਾਧ ਸੰਗਤ ਜੀ ਇੱਕ ਵਾਰੀ ਦੋ ਵਾਰੀ ਵੀ ਆਵਾਜ਼ ਆ ਜਾਂਦੀ ਹੈ ਫਿਰ ਕਥਾ ਮੈਥੋਂ ਕਰਨੀ ਔਖੀ ਹੋ ਜਾਂਦੀ ਹੈ। ਇਹ ਬਹੁਤ ਵੱਡਾ ਉਗਣ ਜਾਣੋ, ਕਮੀ ਜਾਣੋ। ਤੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਮੱਤ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਦੀ ਖਿਮਾ। ਅੱਗੇ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਧਾਰਨ ਤੋਂ ਬਾਅਦ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਫਿਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਏ ਸੀ, ਛੇਵੇਂ ਪਾਤਸ਼ਾਹ ਦੇ। ਉਹ ਦਰਸ਼ਨਾਂ ਦੀ ਕਿਆ ਖੇਡ ਖਾਲਸਾ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਹੈ ਉਹ ਮਹਾਰਾਜ ਦੇ ਦਰਸ਼ਨ ਕਰਨ ਆਉਣਾ, ਵੇਖ ਕੇ ਆਨੰਦ ਪ੍ਰਸੰਨ ਹੋਣਾ। ਤਾਂ ਉਹ ਸਾਰਾ ਪ੍ਰਸੰਗ ਅੱਗੇ ਆਵੇਗਾ। ਫਿਰ ਪ੍ਰਿਥੀ ਚੰਦ ਦੀਆਂ ਚਾਲਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਹਰਗੋਬਿੰਦ ਸਾਹਿਬ ਨੂੰ ਜਿਹੜਾ ਵਾ ਉਹ ਜਿਉਂਦਾ ਨਾ ਰਹਿਣ ਦਿੱਤਾ ਜਾਵੇ। ਕਦੇ ਜ਼ਹਿਰ ਦੇਣਾ, ਕਦੇ ਸੱਪ ਛੱਡਣੇ, ਕਦੇ ਦਾਈ ਦੇ ਅਸਥਾਨਾਂ ਨੂੰ ਖਾਲਸਾ ਜੀ ਜ਼ਹਿਰ ਲਾ ਕੇ ਭੇਜਣਾ। ਇਸ ਤੋਂ ਆਦਿ ਬਹੁਤ ਨਖਿੱਧ ਚਾਲਾਂ ਬੀਬੀ ਕਰਮੋਂ ਦੀਆਂ ਅਤੇ ਪ੍ਰਿਥੀ ਚੰਦ ਦੀਆਂ, ਉਹ ਸਾਰੀਆਂ ਅੱਗੇ ਆ ਜਾਣਾ ਪ੍ਰਸੰਗ। ਤੋ ਗੁਰੂ ਗਰੀਬ ਨਵਾਜ ਆਪ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹਿਰਦੈ ਆਨੰਦ ਬਿਲੰਦ, ਪ੍ਰਭ ਮੁਕੰਦ ਕੋ ਪ੍ਰੇਮ ਔਰ, ਸ਼ਬਦ ਬਦਤ ਸੁਖ ਕੰਦ, ਆਸਾ ਰਾਗ ਸੁਗਾਏ ਗੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।